ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੀਆਂ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਲਈ। ਕੁਝ ਖਬਰਾਂ ਲੋਕਲ BC ਦੀਆਂ। ਅਸੀਂ ਚੈਨਲ ਪੰਜਾਬੀ ਦੇ ਸਰੀ ਸਟੂਡੀਓ ਤੋਂ ਤੁਹਾਡੇ ਲਈ ਇਹ ਪ੍ਰੋਗਰਾਮ ਰੋਜ਼ਾਨਾ ਲੈ ਕੇ ਹਾਜ਼ਰ ਹੁੰਦੇ ਹਾਂ। ਇਸ ਕਰਕੇ BC ਦੀਆਂ ਕਈ ਵਾਰੀ ਖਬਰਾਂ ਜਿਹੜੀਆਂ ਜ਼ਿਆਦਾ ਹੁੰਦੀਆਂ ਆ। ਅੱਜ ਅਸੀਂ ਅਲਬਰਟਾ ਦੀਆਂ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਕੁਝ ਅਮਰੀਕਾ ਦੀਆਂ ਖਬਰਾਂ ਸਾਂਝੀਆਂ ਕਰਾਂਗੇ ਤੇ ਕੁਝ ਵਿਦੇਸ਼ ਦੀਆਂ। ਔਰ ਪ੍ਰਮੁੱਖਤਾ ਇਹਦੇ ਵਿੱਚ ਇਹੀ ਆ ਕਿ ਕੋਵਿਡ-19 ਦੇ ਨੂੰ ਲੈ ਕੇ ਜਿਹੜੀ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ। ਕੱਲ੍ਹ ਤੁਹਾਡੇ ਨਾਲ ਅਸੀਂ BC ਦੀ ਪਲਾਨ ਜਿਹੜੀ ਓਪਨਿੰਗ ਪਲਾਨ ਸੀ ਉਹ ਸਾਂਝੀ ਕੀਤੀ ਸੀ। ਉਹਦੇ ਉੱਤੇ ਰਲਿਆ ਮਿਲਿਆ ਪ੍ਰਤੀਕਰਮ ਲੋਕਾਂ ਦਾ ਆ ਰਿਹਾ ਇਸ ਪਲਾਨ ਦੇ ਉੱਤੇ ਕਿ ਜਿਹੜੇ ਕੁਝ ਸਟੈਪਸ ਦੇ ਵਿੱਚ BC ਹੈਲਥ ਡਿਪਾਰਟਮੈਂਟ ਨੇ ਜੋ ਕੁਝ ਕਿਹਾ ਆ, ਸਿਹਤ ਅਧਿਕਾਰੀਆਂ ਨੇ ਕਿ ਅਸੀਂ ਇੱਦਾਂ ਕਰਕੇ ਇਹਨੂੰ ਖੋਲਾਂਗੇ, ਉਹਦੇ ਬਾਰੇ ਲੋਕਾਂ ਦਾ ਰਲਿਆ ਮਿਲਿਆ ਪ੍ਰਤੀਕਰਮ ਆ ਰਿਹਾ। ਖਾਸ ਕਰ ਜਿਹੜੇ ਮੂਵੀ ਥੀਏਟਰ ਵਾਲੇ ਨੇ ਉਹ ਕਹਿੰਦੇ ਵੀ ਸਾਡੇ ਉੱਤੇ ਕਿਉਂ ਬੰਦਿਸ਼ਾਂ ਜ਼ਿਆਦਾ ਲਾਈਆਂ ਗਈਆਂ, ਸਾਨੂੰ ਜਲਦੀ ਖੋਲ੍ਹ ਦੇਣਾ ਚਾਹੀਦਾ। ਕੁਛ ਲੋਕ ਖੁਸ਼ ਨੇ ਕਿ ਸਾਰਾ ਕੁਝ ਠੀਕ ਠਾਕ ਆ, ਔਰ ਜੇ ਠੀਕ ਠਾਕ ਸਾਰੀ ਵੈਕਸੀਨੇਸ਼ਨ ਚੱਲਦੀ ਰਹਿੰਦੀ ਹੈ ਤਾਂ ਜਿਹੜਾ ਪਲਾਨ ਸਰਕਾਰ ਦੇ ਰਹੀ ਆ ਉਹਦੇ ਅਨੁਸਾਰ ਜਿਹੜਾ BC ਆ ਉਹ ਖੁੱਲ੍ਹ ਜਾਣਾ, ਖੁੱਲ੍ਹਾ ਮਿਲ ਜਾਣੀ ਆ। ਕੁਛ ਲੋਕ ਇਹਦੇ ਉੱਤੇ ਇਸ ਗੱਲ ਦਾ ਇਤਰਾਜ਼ ਕਰਦੇ ਆ ਕਿ ਹੁਣ ਹੀ ਜਿਹੜੀ ਹੈਲਥ ਰੀਜਨਸ ਨੇ ਉਹਨਾਂ ਦੇ ਵਿਚਕਾਰ ਆਉਣਾ ਜਾਣਾ ਖੋਲ੍ਹ ਦੇਣਾ ਚਾਹੀਦਾ ਸੀ, ਟਰੈਵਲ ਨੂੰ ਖੋਲ੍ਹ ਦੇਣਾ ਚਾਹੀਦਾ ਸੀ, ਉਹਦੇ ਵਿੱਚ ਦੇਰੀ ਕੀਤੀ ਜਾ ਰਹੀ ਹੈ। ਕੁਛ ਜਿਹੜੇ ਰਿਲੀਜੀਅਸ ਆਰਗੇਨਾਈਜੇਸ਼ਨਸ ਨੇ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਕੁਝ ਚਿੰਤਾਵਾਂ ਨੇ ਜਿਹਨੂੰ ਲੈ ਕੇ ਕੁਝ ਕੰਸਰਨ ਉਹਨਾਂ ਦੇ ਆਪਣੇ ਨੇ। ਪਰ ਲਗਾਤਾਰ ਅੱਜ ਤੀਜਾ ਦਿਨ ਆ ਜਦੋਂ 300 ਤੋਂ ਘੱਟ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੋਵਿਡ ਦੇ ਕੇਸਿਸ ਆ ਰਹੇ ਆ। ਅੱਜ 250 ਨਵੇਂ ਕੇਸਿਸ ਕੋਵਿਡ ਦੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਏ ਆ। ਸੋ ਜੇ ਇਸ ਤਰੀਕੇ ਦੇ ਨਾਲ ਕੋਵਿਡ ਨੂੰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੰਟਰੋਲ ਕੀਤਾ ਜਾ ਰਿਹਾ, ਇਹਦਾ ਲੱਗਦਾ ਕਿ ਜਿਹੜਾ ਪਲਾਨ ਡਾਕਟਰ ਬੋਨੀ ਹੈਨਰੀ ਨੇ ਦਿੱਤਾ ਉਹਦੇ ਅਨੁਸਾਰ ਸਾਰਾ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਖੁੱਲ੍ਹ ਜਾਊਗਾ ਤੇ ਇਸ ਸਮਰ ਦੇ ਵਿੱਚ ਬਹੁਤ ਕੁਝ ਲੋਕ ਜਿਹੜਾ ਆ ਉਹ ਦੇਖ ਸਕਣਗੇ ਤੇ ਪਹਿਲੀਆਂ ਖੁੱਲ੍ਹਾਂ ਦਾ ਆਨੰਦ ਮਾਣ ਸਕਣਗੇ। ਦੋਸਤੋ ਖਬਰ ਅੱਜ ਜਿਹੜੀ ਅਲਬਰਟਾ ਤੋਂ ਆ ਰਹੀ ਹੈ। ਕੱਲ੍ਹ ਬ੍ਰਿਟਿਸ਼ ਕੋਲੰਬੀਆ ਨੇ ਸਾਰਾ ਕੁਝ ਖੋਲ੍ਹਣ ਦੇ ਲਈ ਆਪਣਾ ਪਲਾਨ ਦਿੱਤਾ ਸੀ। ਅੱਜ ਅਲਬਰਟਾ ਨੇ ਆਪਣਾ ਪਲਾਨ ਜਾਰੀ ਕੀਤਾ ਕਿ ਅਸੀਂ ਕਦੋਂ ਖੋਲ੍ਹਣ ਜਾ ਰਹੇ ਹਾਂ ਅੱਜ। ਔਰ ਪੈਰਾਮੀਟਰ ਉਹਨਾਂ ਨੇ ਵੀ ਉਹੀ ਰੱਖੇ ਆ ਕਿ ਕੁਝ ਸ਼ਰਤਾਂ ਨੇ। ਇਹ ਸਾਰਾ ਰੋਡ ਮੈਪ ਤਾਂ ਆ ਜੇ ਸਾਰਾ ਕੁਝ ਠੀਕ ਠਾਕ ਚੱਲਦਾ। ਜੇ ਕੋਵਿਡ ਦੇ ਕੇਸਿਸ ਵਧਣੇ ਸ਼ੁਰੂ ਹੋ ਗਏ ਫਿਰ ਇਹ ਪਲਾਨ ਨਹੀਂ ਚੱਲਣਾ। ਅਲਬਰਟਾ ਕੱਲ੍ਹ ਵੀ ਆਪਾਂ ਜ਼ਿਕਰ ਕੀਤਾ ਸੀ ਕਿ ਸਭ ਤੋਂ ਥੱਲੇ ਰਿਹਾ ਇਸ ਕੋਵਿਡ ਨੂੰ ਹੈਂਡਲ ਕਰਨ ਦੇ ਵਿੱਚ। ਜਦੋਂ ਉੱਥੇ ਅਸੀਂ ਇਨਫੈਕਸ਼ਨ ਦੇਖਦੇ ਹਾਂ, ਡੈਥ ਦੇਖਦੇ ਹਾਂ, ਲੋਕਾਂ ਦੀ ਵੈਕਸੀਨ ਹੈਜ਼ੀਟੈਂਸੀ ਦੇਖਦੇ ਹਾਂ, ਸਾਰੇ ਫੈਕਟਰ ਦੇਖਣ ਤੋਂ ਬਾਅਦ ਜਿਹੜਾ ਇੱਕ ਸਰਵੇ ਹੋਇਆ ਸੀ ਉਹਦੇ ਵਿੱਚ ਸਾਰੇ ਕੈਨੇਡਾ ਦੇ ਵਿੱਚੋਂ ਅਲਬਰਟਾ ਸਭ ਤੋਂ ਥੱਲੇ ਆਇਆ ਜਿਹਨੂੰ ਸਭ ਤੋਂ ਜ਼ਿਆਦਾ ਕੋਵਿਡ ਨੇ ਹਿੱਟ ਕੀਤਾ ਸੀ। ਹੁਣ ਉੱਥੇ ਮੇਅਰ ਜੇਸਨ ਕੈਨ, ਉੱਥੋਂ ਦੇ ਜਿਹੜੇ ਪ੍ਰੀਮੀਅਰ ਨੇ ਜੇਸਨ ਕੈਨੀ, ਉਹਨਾਂ ਨੇ ਜਿਹੜਾ ਅੱਜ ਗੱਲਬਾਤ ਸਾਂਝੀ ਕੀਤੀ ਉਹਦੇ ਤਹਿਤ ਉਹਨਾਂ ਨੇ 15-15 ਦਿਨ ਦਾ ਵਕਵਾ ਦਿੱਤਾ ਕਿ ਅੱਜ ਤੋਂ ਲੈ ਕੇ 15-15 ਦਿਨ ਦੇ ਵਕਵੇ ਦੇ ਵਿੱਚ ਕੀ ਹੋਣਾ। 28 ਮਈ ਤੋਂ ਲੈ ਕੇ ਉਹਨਾਂ ਨੇ ਦੱਸਿਆ ਜਿਹੜੀ ਵਰਸ਼ਿਪ ਸਰਵਿਸਿਜ਼ ਆ ਉਹਨਾਂ ਦੇ ਵਿੱਚ ਕਪੈਸਿਟੀ 15% ਫਾਇਰ ਕੋਡ ਆਕੂਪੈਂਸੀ ਦੇ ਨਾਲੋਂ ਵਧਾ ਦਿੱਤੀ ਆ। ਅਸਲ ਜਿਹੜੀਆਂ ਖੁੱਲ੍ਹਾਂ ਉਹਨਾਂ ਦੇ ਵਿੱਚ ਜਿਹੜੀਆਂ ਮਿਲਣੀਆਂ ਸ਼ੁਰੂ ਹੋਣੀਆਂ ਜਿਹਨੂੰ ਕਿਹਾ ਜਾ ਸਕਦਾ ਉਹ 1 ਜੂਨ ਤੋਂ ਆ। 1 ਜੂਨ ਤੋਂ ਉਹ ਕਹਿੰਦੇ ਫਿਜ਼ੀਕਲ ਡਿਸਟੈਂਸਿੰਗ, ਮਾਸਕਿੰਗ ਰਿਕੁਆਇਰਮੈਂਟ ਉਸੇ ਤਰ੍ਹਾਂ ਰਹਿਣਗੀਆਂ। ਸੋ ਇਹ ਸਟੇਜ 1 ਆ ਉਹਨਾਂ ਦੀ। ਆਊਟਡੋਰ ਸੋਸ਼ਲ ਗੈਦਰਿੰਗ ਵਿਦ ਡਿਸਟੈਂਸਿੰਗ 10 ਬੰਦਿਆਂ ਦੀ ਹੋ ਸਕਦੀ ਆ 1 ਜੂਨ ਤੋਂ। ਇਨਡੋਰ ਸੋਸ਼ਲ ਗੈਦਰਿੰਗ ਬੈਨ ਰਹੂਗੀ, ਉਹ ਪਰਮਿਟਡ ਨਹੀਂ ਹੈ। ਅੰਦਰ ਤੁਸੀਂ ਅਜੇ ਵੀ ਇਕੱਠੇ ਨਹੀਂ ਹੋ ਸਕਦੇ, ਜੋ ਕੁਛ ਪਹਿਲਾਂ ਹੈਗਾ ਉਹ ਉਸੇ ਤਰ੍ਹਾਂ ਰਹਿਣਾ। ਆਊਟਡੋਰ ਪੈਟੀਓ ਡਾਈਨਿੰਗ ਹੋ ਸਕਦੀ ਆ ਵੱਧ ਤੋਂ ਵੱਧ 4 ਲੋਕਾਂ ਦੀ ਜਿਹੜੀ ਇੱਕ ਟੇਬਲ ਦੇ ਉੱਤੇ। ਬਾਹਰ ਖਾਣਾ ਖਾ ਸਕਦੇ ਹੋ ਤੁਸੀਂ ਪੈਟੀਓ ਦੇ ਉੱਤੇ ਜਾਂ ਹੋਰ ਜਿਹੜੀ ਡਾਈਨਿੰਗ ਆ ਉਹਦੇ ਉੱਤੇ, ਪਰ ਇੱਕ ਟੇਬਲ ਦੇ ਉੱਤੇ 4 ਜਣੇ ਹੋ ਸਕਦੇ ਆ। ਔਰ ਜਿਹੜੇ ਉਸ ਟੇਬਲ ਦੇ ਉੱਤੇ ਮੈਂਬਰ ਬੈਠੇ ਆ ਇੱਕ ਟੇਬਲ 'ਤੇ 4 ਜਣੇ, ਉਹ ਸੇਮ ਹਾਊਸ ਹੋਲਡ ਦੇ ਹੋਣੇ ਚਾਹੀਦੇ ਆ ਜਾਂ ਉਹ ਫਿਰ ਇਕੱਲੇ ਲੈਂਦੇ ਹੋਣ। ਅਤੇ ਜਿਹੜੇ 2 ਜਣੇ ਇਹਦੇ ਵਿੱਚ ਕੌਂਟੈਕਟਸ ਦੇ ਵਿੱਚ ਹੋ ਸਕਦੇ ਆ। ਫਿਜ਼ੀਕਲ ਡਿਸਟੈਂਸਿੰਗ ਉਸੇ ਤਰ੍ਹਾਂ ਰੱਖਣਾ ਪਊਗਾ। ਬਾਕੀ ਜਿਹੜੀਆਂ ਰੈਸਟ੍ਰਿਕਸ਼ਨਸ ਆ ਉਹ ਉਸੇ ਤਰ੍ਹਾਂ ਰਹਿਣਗੀਆਂ। ਜਿਹੜੀਆਂ ਆਊਟਡੋਰ ਪਰਫੋਰਮੈਂਸਿਸ ਆ, ਬਾਹਰ ਕੋਈ ਰੀਕ੍ਰੀਏਸ਼ਨਲ ਐਕਟੀਵਿਟੀਜ਼ ਆ, ਉਹ ਵੱਧ ਤੋਂ ਵੱਧ 10 ਜਣਿਆਂ ਦੀ ਹੋ ਸਕਦੀ ਆ। ਉਹ ਵੀ ਡਿਸਟੈਂਸ ਦੇ ਉੱਤੇ ਰਹਿ ਕੇ ਸਾਰੇ ਏਜ ਗਰੁੱਪ ਦੇ ਲਈ ਦੱਸੀ ਗਈ ਹੈ। ਜਿਹੜੇ ਰਿਟੇਲ ਨੇ ਉਹ ਆਪਣੀ ਕਪੈਸਿਟੀ ਨੂੰ 15% ਫਾਇਰ ਕੋਡ ਆਕੂਪੈਂਸੀ ਤੋਂ ਵਧਾ ਸਕਦੇ ਆ। ਅਤੇ ਉਹਦੇ ਵਿੱਚ ਵੀ ਇਹ ਸ਼ਰਤ ਆ ਕਿ ਤੁਹਾਡੇ ਕੋਲ ਸੋਸ਼ਲ ਡਿਸਟੈਂਸ ਮੇਨਟੇਨ ਰੱਖਣ ਦੀ ਉੱਥੇ ਸੰਭਾਵਨਾ ਹੋਣੀ ਚਾਹੀਦੀ ਆ। ਜਿਹੜੇ ਪਰਸਨਲ ਵੈਲਨੈਸ ਸੈਂਟਰਸ ਨੇ ਉਹ ਰੀਓਪਨ ਕਰ ਸਕਦੇ ਆ, ਪਰ ਸਿਰਫ ਅਪੁਆਇੰਟਮੈਂਟ ਦੇ ਨਾਲ। ਵੈਡਿੰਗ ਜਿਹੜੀ ਖਾਸ ਤੌਰ 'ਤੇ ਸਾਨੂੰ ਜਿਹਦੀ ਆ ਸਮਰ ਦੇ ਵਿੱਚ ਲੋਕਾਂ ਨੂੰ ਇੰਤਜ਼ਾਰ ਹੁੰਦਾ ਆ, ਉਹ 1 ਜੂਨ ਤੋਂ 10 ਜਣਿਆਂ ਦੀ ਹੋ ਸਕਦੀ ਹੈ। ਔਰ ਉਹਦੇ ਵਿੱਚ ਸਾਰੇ ਹੀ 10 ਦਾ ਮਤਲਬ ਸਾਰੇ ਹੀ ਹੋਣਗੇ। ਬਰਾਈਡ ਗਰੂਮ ਵੀ ਹੋਣਗੇ, ਜਿਹੜੇ ਆਫੀਸ਼ੀਐਂਟ ਆ ਉਹ ਵੀ ਹੋਣਗੇ, ਜਿਹੜੇ ਕੋਈ ਗਵਾਹ ਜਾਂ ਜਿਹੜੇ ਫੋਟੋਗ੍ਰਾਫਰ ਵੀਡੀਓਗ੍ਰਾਫਰ ਕੋਈ ਵੀ ਜਿਹੜਾ ਹੈਗਾ ਆ ਉਹ ਸਾਰੇ ਉਹੀ ਹੋਣਗੇ। ਅਤੇ ਰਿਸੈਪਸ਼ਨਸ ਜਿਹੜੀਆਂ ਉਹ ਨਹੀਂ ਹੋ ਸਕਦੀਆਂ। ਫਿਊਨਲ ਕੋਈ ਇੱਦਾਂ ਦੀ ਮਾੜੀ ਘਟਨਾ ਹੋ ਜਾਂਦੀ ਹੈ ਤਾਂ ਉੱਥੇ 20 ਲੋਕ ਇਕੱਠੇ ਹੋ ਸਕਦੇ ਆ। ਸੋ ਉਹਦੇ ਵਿੱਚ ਜਿਹੜੀ ਫੈਸਿਲਿਟੀ ਸਟਾਫ ਆ, ਜਿੱਥੇ ਫਿਊਨਲ ਹੁੰਦਾ ਜਿਹੜਾ ਉਹਨਾਂ ਦਾ ਸਟਾਫ ਆ, ਉਹ ਇਹਦੇ ਵਿੱਚ
ਇਨਕਲੂਡਡ ਨਹੀਂ ਹੈ। ਸੋ ਇਹ ਕੁਝ 1 ਜੂਨ ਤੋਂ ਜਿਹੜੀਆਂ ਚੀਜ਼ਾਂ ਹੈ ਇਹ ਲਾਗੂ ਹੋ ਜਾਣੀਆਂ। ਦੂਜੀ ਸਟੇਜ ਫਿਰ 15 ਦਿਨ ਬਾਅਦ ਆ, 2 ਵੀਕਸ ਤੋਂ ਬਾਅਦ ਫਿਰ ਉਹ ਕਹਿੰਦੇ ਉਸ ਵੇਲੇ 60% ਅਲਬਰਟਾ ਦੇ ਵਿੱਚ ਲੋਕਾਂ ਨੂੰ ਜਿਹੜੀ ਵੈਕਸੀਨੇਸ਼ਨ ਹੋ ਜਾਣੀ ਹੈ। ਏਜ 12+ ਜਿਹੜੇ ਆ ਉਹਨਾਂ ਨੂੰ ਘੱਟੋ ਘੱਟ 1 ਡੋਜ਼ ਮਿਲ ਜਾਣੀ ਹੈ ਵੈਕਸੀਨ ਦੀ। ਹੌਸਪੀਟਲਾਈਜੇਸ਼ਨ 500 ਤੋਂ ਥੱਲੇ ਹੋਊਗੀ, ਘਟਦੀ ਹੋਊਗੀ। ਫਿਜ਼ੀਕਲ ਡਿਸਟੈਂਸ ਫੇਰ ਵੀ ਰਹਿਣਾ, ਮਾਸਕ ਫੇਰ ਵੀ ਪਾਉਣਾ ਪੈਣਾ ਤੁਹਾਨੂੰ। ਇਹ ਸਾਰਾ ਕੁਝ ਫਿਰ ਉਹਨਾਂ ਦੀ ਸਟੇਜ 2 ਯਾਨੀ ਕਿ 1 ਜੂਨ ਤੋਂ 2 ਹਫ਼ਤੇ ਬਾਅਦ। ਪਹਿਲਾਂ ਆਊਟਡੋਰ ਗੈਦਰਿੰਗ ਦੇ ਵਿੱਚ 10 ਜਣੇ ਹੁਣ 1 ਜੂਨ ਤੋਂ ਇਕੱਠੇ ਹੋ ਸਕਦੇ ਆ, ਤੇ ਉਹਨਾਂ ਨੇ ਕਿਹਾ ਵੀ 2 ਹਫ਼ਤੇ ਬਾਅਦ ਫਿਰ 20 ਜਣੇ ਹੋ ਸਕਦੇ ਆ। 20 ਜਣੇ ਦੀ ਗੈਦਰਿੰਗ ਹੋ ਸਕਦੀ ਆ, ਡਿਸਟੈਂਸ ਫੇਰ ਰੱਖਣਾ ਜ਼ਰੂਰੀ ਆ। ਵੈਡਿੰਗ ਸੈਰਾਮਨੀ ਹੋ ਸਕਦੀਆਂ ਆ 20 ਜਣਿਆਂ ਦੇ ਨਾਲ। ਰਿਸੈਪਸ਼ਨ ਜਿਹੜੀਆਂ ਉਹ ਬਾਹਰ ਹੋ ਸਕਦੀਆਂ ਘਰ ਤੋਂ। ਫਿਊਨਰਲ ਜਿਹੜੇ ਆ ਉਹ ਵੀ 20 ਲੋਕਾਂ ਦੇ ਨਾਲ ਪਰਫਾਰਮ ਕੀਤੇ ਜਾ ਸਕਦੇ ਆ। ਮਤਲਬ ਕੀ ਆ ਕਿ 2 ਹਫ਼ਤੇ ਬਾਅਦ 10 ਬੰਦਿਆਂ ਦੀ ਪਰਮਿਸ਼ਨ ਵੱਧ ਜਾਣੀ ਆ। ਸੋ ਰਿਸੈਪਸ਼ਨ ਵੀ ਹੋ ਸਕਦੀਆਂ, ਬਾਹਰ ਹੋ ਸਕਦੀਆਂ ਆ। ਜਿਹੜੇ ਰੈਸਟੋਰੈਂਟਸ ਆ ਉਹਨਾਂ ਦੇ ਵਿੱਚ ਟੇਬਲ ਦੇ ਉੱਤੇ 6 ਜਣੇ ਬੈਠ ਸਕਦੇ ਆ, ਇਨਡੋਰ ਜਾਂ ਬਾਹਰ। ਡਿਨਰ ਪਾਰਟੀਆਂ ਜਿਹੜੀਆਂ ਉਹ ਘਰਾਂ ਤੱਕ ਹੀ ਰਹਿਣਗੀਆਂ, ਜਿਹੜੀਆਂ ਘਰਾਂ ਤੋਂ ਬਾਹਰ ਹੋ ਸਕਦੀਆਂ ਆ, ਜਿਹੜੀਆਂ ਕਿ ਹੁਣ ਘਰਾਂ ਦੇ ਵਿੱਚ ਹੀ ਆ। ਫਿਜ਼ੀਕਲ ਡਿਸਟੈਂਸਿੰਗ ਜਿਹੜਾ ਉਸੇ ਤਰ੍ਹਾਂ ਰੱਖਣਾ ਪਊਗਾ, ਰਿਸਟ੍ਰਿਕਸ਼ਨਸ ਬਾਕੀ ਉਸੇ ਤਰ੍ਹਾਂ ਰਹਿਣਗੀਆਂ। ਰਿਟੇਲ ਕਪੈਸਿਟੀ 1/3 ਹੋ ਸਕਦੀਆਂ ਫਾਇਰ ਕੋਡ ਤੋਂ, ਉਹ ਵੀ ਵਧਾ ਦਿੱਤੀ ਜਾਊਗੀ। ਜਿਹੜੀ ਵਰਸ਼ਿਪ ਪਲੇਸਿਸ ਆ, ਸਾਡੀਆਂ ਧਾਰਮਿਕ ਜਗ੍ਹਾ ਆ, ਉੱਥੇ ਵੀ ਉਹਦੀ ਕਪੈਸਿਟੀ ਵਧਾ ਦਿੱਤੀ ਜਾਊਗੀ। ਜਿਮਨੇਜ਼ੀਅਮ ਆ, ਦੂਜੀਆਂ ਇਨਡੋਰ ਫਿਟਨੈਸ ਸੈਂਟਰ ਆ, ਉਹ ਖੋਲ੍ਹੇ ਜਾ ਸਕਦੇ ਆ, ਪਰ ਉਹਨਾਂ ਦੇ ਵਿੱਚ 3 ਮੀਟਰ ਦਾ ਡਿਸਟੈਂਸ ਇੱਕ ਜਿਹੜਾ ਐਕਸਰਸਾਈਜ਼ ਕਰ ਰਿਹਾ ਉਹਦੇ ਤੇ ਦੂਜੇ ਦੇ ਵਿੱਚ ਫਿਟਨੈਸ ਕਲਾਸਿਸ ਦੇ ਵਿੱਚ ਹੋਣਾ ਜ਼ਰੂਰੀ ਹੈ। ਸੋ ਦੂਜੇ ਫੇਜ਼ ਦੇ ਵਿੱਚ ਕੁਝ 10 ਤੋਂ 20 ਕਪੈਸਿਟੀ ਕਰ ਦਿੱਤੀ ਜਾਊਗੀ, ਕੁਝ ਚੀਜ਼ਾਂ ਦੀ ਹੋਰ ਖੁੱਲ੍ਹ ਦੇ ਦਿੱਤੀ ਜਾਊਗੀ। ਰਿਟੇਲ ਦੇ ਵਿੱਚ ਜਿੰਨੀ ਪਹਿਲਾਂ ਹੈ ਉਹਦੇ ਤੋਂ ਅਗਲੀ ਖੋਲ੍ਹ ਦਿੱਤੀ ਜਾਊਗੀ। ਉਹਦੇ 'ਚ ਜਿਹੜੇ ਅਰੀਨਾ, ਸਿਨੇਮਾ, ਥੀਏਟਰ, ਮਿਊਜ਼ੀਅਮ, ਆਰਟ ਰੈਕ ਸੈਂਟਰਸ, ਹੋਰ ਸਾਰਾ ਕੁਝ ਜਿਹੜਾ ਉਹ ਇਨਕਲੂਡ ਹੋਊਗਾ। ਇਹਦੇ ਤੋਂ ਬਾਅਦ ਜਿਹੜੀ ਆਖਰੀ ਉਹਨਾਂ ਨੇ ਦੱਸੀ ਆ ਕਿ ਉਹਦੇ ਤੋਂ ਬਾਅਦ ਫਿਰ ਜਿਹੜੇ ਅਗਲੇ ਸਟੈਪ ਦੇ ਵਿੱਚ ਜ਼ਿਆਦਾ ਖੁੱਲ੍ਹਾਂ ਦੇ ਦਿੱਤੀਆਂ ਜਾਣਗੀਆਂ। ਕਾਫੀ ਜ਼ਿਆਦਾ ਡਿਪੈਂਡ ਕਰਦਾ ਇਹ ਕਿ ਉਸ ਵੇਲੇ ਕਿੰਨੀ ਕੋਵਿਡ ਆ, ਕੀ ਉਸ ਵੇਲੇ ਸਿਚੁਏਸ਼ਨ ਆ, ਉਹਨੂੰ ਦੇਖ ਕੇ ਫਿਰ ਅੱਗੇ ਜਿਹੜੀ ਜ਼ਿਆਦਾ ਖੁੱਲ੍ਹ ਆ ਸਟੇਜ 3 ਦੇ ਵਿੱਚ ਉਹ ਦੇ ਦਿੱਤੀ ਜਾਊਗੀ। 2 ਵੀਕ ਬਾਅਦ ਜਦੋਂ ਕਿ 70% ਉਹਨਾਂ ਨੂੰ ਵੈਕਸੀਨੇਸ਼ਨ ਹੋ ਚੁੱਕੀ ਹੋਣੀ ਹੈ। ਉੱਥੋਂ ਫਿਰ ਬਹੁਤ ਸਾਰੀਆਂ ਰਿਸਟ੍ਰਿਕਸ਼ਨਸ, ਕਿਹਾ ਤੇ ਜਾ ਰਿਹਾ ਕਿ ਆਲ ਰਿਸਟ੍ਰਿਕਸ਼ਨਸ ਆਰ ਲਿਫਟਡ, ਇਨਕਲੂਡਿੰਗ ਜਿਹੜਾ ਇਨਡੋਰ ਸੋਸ਼ਲ ਗੈਦਰਿੰਗ ਦੇ ਉੱਤੇ ਬੈਨ ਆ ਜਾਂ ਹੋਰ ਸਾਰਾ ਕੁਛ ਆ। ਸੋ ਜੁਲਾਈ ਤੱਕ ਲੱਗਦਾ ਕਿ ਸਾਰਾ ਕੁਛ ਠੀਕ ਠਾਕ ਹੋ ਜਾਊਗਾ। ਅਲਬਰਟਾ ਦੇ ਵਿੱਚ, ਅਲਬਰਟਾ ਜਿਹਨੂੰ ਕਿ ਸਭ ਤੋਂ ਵੱਧ ਹਾਰਡ ਹਿੱਟ ਕੀਤਾ ਕੋਵਿਡ ਨੇ, ਹੁਣ ਉੱਥੇ 15-15 ਦਿਨ ਬਾਅਦ ਉਹਨਾਂ ਨੇ 3 ਪਲਾਨ ਜਿਹੜੇ ਦਿੱਤੇ ਆ, ਸਟੇਜ 1, 2 ਤੇ 3। ਤੇ ਸਟੇਜ 3 ਦੇ ਵਿੱਚ ਜਾ ਕੇ ਲੱਗਦਾ ਆ ਕਿ ਜਦੋਂ ਸਟੇਜ 2 ਤੋਂ 2 ਹਫ਼ਤੇ ਬਾਅਦ 1 ਜੂਨ ਤੋਂ 2 ਹਫ਼ਤੇ ਬਾਅਦ ਅਗਲੀ ਸਟੇਜ, ਫਿਰ 2 ਹਫ਼ਤੇ ਬਾਅਦ ਅਗਲੀ ਸਟੇਜ, ਯਾਨੀ ਕਿ ਜੁਲਾਈ ਦਾ ਸ਼ੁਰੂ ਜਾਂ ਜੂਨ ਦਾ ਐਂਡ, ਇਹਦੇ ਨੇੜੇ ਤੇੜੇ ਜਾ ਕੇ ਫਿਰ ਹੈਲਥ ਅਫੀਸ਼ੀਅਲ ਅਨਾਊਂਸ ਕਰਨਗੇ। ਤੇ ਬਹੁਤ ਸਾਰਾ ਰਿਸਟ੍ਰਿਕਸ਼ਨਸ ਜਿਹੜੀਆਂ ਅਲਬਰਟਾ ਦੇ ਵਿੱਚ ਚੱਕੀਆਂ ਜਾ ਸਕਦੀਆਂ। ਇਸ ਖਬਰ ਨੂੰ ਅੱਜ ਬਹੁਤ ਖੁਸ਼ੀ ਦੇ ਨਾਲ ਅਲਬਰਟਾ ਨਿਵਾਸੀ ਸੁਣ ਰਿਹਾ। ਇਸ ਗੱਲ ਦੀ ਉਡੀਕ ਵੀ ਕੀਤੀ ਜਾ ਰਹੀ ਸੀਗੀ ਕਿ ਜਦੋਂ ਅੱਜ ਅਨਾਊਂਸਮੈਂਟ ਹੋਣੀ ਆ ਤਾਂ ਉਹਦੇ ਵਿੱਚ ਘੱਟੋ ਘੱਟ ਰੋਡ ਮੈਪ ਲੋਕਾਂ ਨੂੰ ਪਤਾ ਹੋਵੇ, ਜਿਹਦੇ ਨਾਲ ਉਹ ਅਗਲੇ ਆਪਣੇ ਪਲਾਨਸ ਆ ਉਹ ਬਣਾ ਸਕਦੇ ਆ। ਵੈਕਸੀਨੇਸ਼ਨ ਦਾ ਕੰਮ ਉੱਥੇ ਚੱਲ ਰਿਹਾ, ਔਰ ਅਲਬਰਟਾ ਦੇ ਵਿੱਚ ਖਾਸ ਕਰਕੇ ਜਿਹੜੀ ਵੈਕਸੀਨ ਹੈਜ਼ੀਟੈਂਸੀ ਸੀ ਉਹ ਸਭ ਤੋਂ ਜ਼ਿਆਦਾ ਸੀ। ਸਭ ਤੋਂ ਜ਼ਿਆਦਾ ਲੋਕ ਉੱਥੇ ਵੈਕਸੀਨ ਲਵਾਉਣਾ ਨਹੀਂ ਸੀ ਚਾਹੁੰਦੇ। ਤੇ ਜਿਹੜਾ ਕਿ ਸ਼ੁਰੂ ਦੇ ਵਿੱਚ ਜਦੋਂ ਵੈਕਸੀਨ ਆਈ ਆ ਉਸ ਵੇਲੇ ਸਰਵੇ ਕੀਤਾ ਗਿਆ ਸੀ ਤਾਂ ਬਹੁਤ ਜ਼ਿਆਦਾ 47% ਦੇ ਕਰੀਬ ਸੀ। ਹੌਲੀ ਹੌਲੀ ਇਹ ਡਿਕਰੀਜ਼ ਹੋ ਗਈ ਹੈਜ਼ੀਟੈਂਸੀ, ਤੇ ਹੁਣ ਕਾਫੀ ਲੋਕ ਉੱਥੇ ਵੈਕਸੀਨ ਲਵਾਉਣਾ ਚਾਹੁੰਦੇ ਆ ਤੇ ਲਵਾ ਰਹੇ ਆ। ਅਗਲੀ ਖਬਰ ਦੋਸਤੋ ਫਰੂਟ ਗਰੋਅਰ ਦੇ ਨਾਲ ਸੰਬੰਧਿਤ ਆ। ਓਕਨਾਗਨ ਵੈਲੀ ਸਾਡੇ BC ਦੇ ਵਿੱਚ ਬਹੁਤ ਮਸ਼ਹੂਰ ਆ, ਜਿੱਥੇ ਬਹੁਤ ਤਰ੍ਹਾਂ ਦੇ ਫਰੂਟ ਜਿਹੜੇ ਉੱਗਦੇ ਆ। ਕਈ ਤਰ੍ਹਾਂ ਦੇ ਫਲ ਇੱਥੋਂ ਬਾਹਰ ਨੂੰ ਜਿਹੜੇ ਜਾਂਦੇ ਆ। ਆਪਣੇ ਆਪ ਦੇ ਵਿੱਚ ਦੇਖਣ ਨੂੰ ਬਹੁਤ ਸੋਹਣੀ ਆ ਓਕਨਾਗਨ, ਇਹਦੇ ਵੈਲੀ, ਹੋਰ ਸਾਰਾ ਕੁਛ ਉੱਥੇ ਬੜਾ ਜਿਹੜੇ ਬਾਗ ਨੇ ਉਹ ਸਾਰਾ ਕੁਛ ਦੇਖਣ ਵਾਲਾ ਹੈ। ਔਰ ਇਕੋਨਮੀ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਜਿਹੜਾ ਕੈਨੇਡਾ ਦਾ ਇੱਕ ਸੂਬਾ ਹੈ, ਉਹਦੀ ਇਕੋਨਮੀ ਦੇ ਵਿੱਚ ਇਹਦਾ ਬਹੁਤ ਵੱਡਾ ਹਿੱਸਾ ਆ। ਉੱਥੇ ਕਈ ਤਰ੍ਹਾਂ ਦੀਆਂ ਸਮੱਸਿਆ ਆਉਂਦੀਆਂ ਉਹਨਾਂ ਨੂੰ ਫਰੂਟ ਤੋੜਨ ਦੀ। ਕਈ ਵਾਰੀ ਉਹ ਨਹੀਂ ਚਾਹੀਦੇ, ਤੋੜਨ ਵਾਲੀ ਲੇਬਰ ਨਹੀਂ ਲੱਭਦੀ, ਕਈ ਵਾਰੀ ਮੌਸਮ ਨਹੀਂ ਠੀਕ, ਕਈ ਵਾਰੀ ਹੋਰ ਕਈ ਤਰ੍ਹਾਂ ਦੀਆਂ, ਕਈ ਵਾਰੀ ਉਹਨਾਂ ਨੂੰ ਕੀਮਤ ਨਹੀਂ ਮਿਲਦੀ ਉੱਥੇ ਅੱਗੇ। ਕੋਈ ਇੱਥੇ MSP ਤਾਂ ਉਸ ਕਿਸਮ ਦਾ ਹੈ ਨਹੀਂ, ਜਿੰਨਾ ਉਹਨਾਂ ਨੂੰ ਕੀਮਤ ਚਾਹੀਦੀ ਹੁੰਦੀ ਓਨੀ ਨਹੀਂ ਮਿਲਦੀ। ਕਈ ਕਿਸਮ ਦੀਆਂ ਜਿਹੜੀਆਂ ਉਹਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ। ਹੁਣ ਜਿਹੜੀ ਇੱਕ ਸਮੱਸਿਆ ਉਹਨਾਂ ਨੂੰ ਆ ਰਹੀ ਉਹ ਬੜੀ ਅਜੀਬ ਆ। ਉਹ ਇਹ ਆ ਕਿ ਉੱਥੇ ਹਨੀ ਬੀਜ਼ ਜਾਣੀ ਕਿ ਸ਼ਹਿਦ ਦੀਆਂ ਮੱਖੀਆਂ ਦੀ ਕਮੀ ਆ। ਇਹ ਸ਼ਹਿਦ ਦੀਆਂ ਮੱਖੀਆਂ ਦੀ ਕਮੀ ਨੇ ਉਹਨਾਂ ਨੂੰ ਡਰਾ ਕੇ ਰੱਖ ਦਿੱਤਾ, ਤੇ ਉਹ ਚਿੰਤਤ ਇਸ ਗੱਲ ਤੋਂ ਆ ਓਕਨਾਗਨ ਵੈਲੀ ਦੇ ਵਿੱਚ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਕਿ ਜੇ ਇਹ ਹਨੀ ਬੀਜ਼ ਦੀ ਸ਼ਾਰਟੇਜ ਇਸੇ ਤਰ੍ਹਾਂ ਰਹੀ
ਸਾਡੇ ਕੋਲ ਉਨੀਆਂ ਮਧੂ ਮੱਖੀਆਂ ਨਾ ਆਈਆਂ ਤਾਂ ਸਾਡੇ ਕੋਲੇ ਫਰੂਟ ਨਹੀਂ ਪੈਦਾ ਹੋਣੇ। ਤੁਹਾਨੂੰ ਪਤਾ ਹੋਊਗਾ ਕਿ ਜਿਹੜੀ ਕੁਦਰਤ ਦਾ ਇੱਕ ਵਰਤਾਰਾ ਆ, ਜਿਸ ਤਰ੍ਹਾਂ ਜਿਹੜਾ ਮਨੁੱਖਾਂ ਦੇ ਵਿੱਚ ਮਰਦ ਇਸਤਰੀ ਹੁੰਦੇ ਆ, ਮੇਲ ਫੀਮੇਲ ਹੁੰਦੇ ਆ, ਇਸੇ ਤਰ੍ਹਾਂ ਪੌਦਿਆਂ ਦੇ ਵਿੱਚ ਵੀ ਹੁੰਦੇ ਆ। ਕੁਝ ਪੌਦੇ ਮੇਲ ਫੀਮੇਲ ਹੁੰਦੇ ਆ, ਮੇਲ ਪਲਾਂਟ ਅਲੱਗ ਹੁੰਦਾ, ਫੀਮੇਲ ਪਲਾਂਟ ਅਲੱਗ ਹੁੰਦਾ। ਕੁਝ ਪੌਦਿਆਂ ਦੇ ਵਿੱਚ ਫਲਾਵਰ ਵੱਖਰੇ ਵੱਖਰੇ ਹੁੰਦੇ ਆ ਕਿ ਆਹ ਮੇਲ ਫਲਾਵਰ ਆ, ਆਹ ਫੀਮੇਲ ਫਲਾਵਰ ਆ, ਨਰ ਤੇ ਮਾਦਾ ਹੁੰਦੇ ਆ। ਬਹੁਤ ਸਾਰੇ ਪੌਦਿਆਂ ਦੇ ਵਿੱਚ ਇੱਕ ਫਲਾਵਰ ਦੇ ਵਿੱਚ ਪਾਰਟਸ ਅਲੱਗ-ਅਲੱਗ ਹੁੰਦੇ ਆ ਕਿ ਮੇਲ ਪਾਰਟ ਆ ਤੇ ਫੀਮੇਲ ਪਾਰਟ ਆ। ਉਹਨਾਂ ਦੇ ਵਿੱਚ ਜਿਹੜੀ ਪੋਲੀਨੇਸ਼ਨ ਹੁੰਦੀ, ਜਿਹੜਾ ਬੂਰ ਹੁੰਦਾ, ਇਸ ਵੇਲੇ ਪੋਲਨਸ ਹੁੰਦੇ ਹਵਾ ਦੇ ਵਿੱਚ ਉੱਡਦੇ ਅੱਜ ਕੱਲ੍ਹ ਸਾਨੂੰ ਦਿਸਦੇ ਆ, ਉਹ ਜਿਹੜੀਆਂ ਹਨੀ ਬੀਜ਼ ਦਾ ਕੀ ਕੰਮ ਆ, ਇਹ ਸਮੱਸਿਆ ਕਿੱਥੋਂ ਪੈਦਾ ਹੋ ਰਹੀ ਆ? ਉਹ ਹਨੀ ਬੀਜ਼ ਉਹਨਾਂ ਫੁੱਲਾਂ ਦੇ ਉੱਤੇ ਜਾ ਕੇ ਮਧੂ ਮੱਖੀਆਂ, ਸ਼ਹਿਦ ਦੀਆਂ ਮੱਖੀਆਂ ਬੈਠਦੀਆਂ, ਜਾਂ ਕੋਈ ਵੀ ਇਨਸੈਕਟ ਜਿਹੜੇ ਬੈਠਦੇ ਆ, ਉਹ ਬੈਠ ਕੇ ਇੱਕ ਤਾਂ ਉੱਥੋਂ ਨੈਕਟਰ ਆਪਣਾ ਸ਼ਾਇਦ ਉਹਨਾਂ ਨੇ ਇਕੱਠਾ ਕਰਨਾ ਹੁੰਦਾ ਫੁੱਲਾਂ ਤੋਂ। ਦੂਜਾ ਕੀ ਆ, ਉਹਨਾਂ ਦੇ ਜਿਹੜੇ ਖੰਭ ਹੁੰਦੇ ਆ ਜਾਂ ਉਹਨਾਂ ਦੇ ਬੋਡੀ ਪਾਰਟਸ ਹੁੰਦੇ ਆ, ਉਹਨਾਂ ਦੇ ਉੱਤੇ ਉਹ ਬੂਰ ਲੱਗ ਜਾਂਦਾ। ਉਹ ਫਿਰ ਜਦੋਂ ਦੂਜੇ ਪਲਾਂਟ ਦੇ ਉੱਤੇ ਜਾ ਕੇ ਬੈਠਦੀਆਂ ਆ ਤਾਂ ਉਹ ਬੂਰ ਉੱਥੇ ਚਲਿਆ ਜਾਂਦਾ। ਉੱਥੇ ਜਾਣ ਦੇ ਨਾਲ ਉਹਨਾਂ ਦੇ ਵਿੱਚ ਜਿਹੜੀ ਫਰਟੀਲਾਈਜੇਸ਼ਨ ਹੋ ਜਾਂਦੀ ਆ। ਮਤਲਬ ਉਹ ਜਿਹੜਾ ਬੂਰ ਆ, ਪੋਲਨ ਗ੍ਰੇਨਸ ਆ, ਜਿਹੜੇ ਪਰਾਗ ਕਣ ਜਿਨ੍ਹਾਂ ਨੂੰ ਕਹਿੰਦੇ ਆ, ਜੇ ਉਹ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਜਾਣਗੇ ਤਾਂ ਜਿਹੜਾ ਫਰੂਟ ਬਣਨਾ, ਫੁੱਲ ਬਣਨਾ, ਉਹਦੇ ਤੋਂ ਬਾਅਦ ਫਿਰ ਉਹ ਫਰੂਟ ਜਿਹੜਾ ਬਣਨਾ, ਨਹੀਂ ਤਾਂ ਨਹੀਂ ਬਣਨਾ। ਹੁਣ ਉਹ ਕੰਮ ਕਿਹਦਾ ਆ ਸਭ ਤੋਂ ਜ਼ਿਆਦਾ? ਉਹ ਹਨੀ ਬੀਜ਼ ਦਾ ਆ। ਇੱਥੇ ਹਨੀ ਬੀਜ਼ ਭਾਵੇਂ ਇੱਕ ਫੁੱਲ ਦੇ ਵਿੱਚ ਹੀ ਵੱਖਰੇ ਵੱਖਰੇ ਪਾਰਟ ਹੁੰਦੇ ਆ, ਮੇਲ ਫੀਮੇਲ ਦੇ ਪਾਰਟ, ਉਹਨਾਂ ਦੇ ਉੱਤੇ ਵੀ ਜਦੋਂ ਇਨਸੈਕਟ ਬੈਠਦੇ ਆ, ਇਹ ਪਤੰਗੇ, ਕੀੜੇ ਪਤੰਗੇ ਬੈਠਦੇ ਆ, ਉਹਨੂੰ ਹਿਲਜੁਲ ਕਰਦੇ ਆ, ਤਾਂ ਉਹਦੇ ਤੋਂ ਬਾਅਦ ਉਹ ਕੁਦਰਤ ਦਾ ਵਰਤਾਰਾ ਇਸ ਤਰ੍ਹਾਂ ਦਾ ਆ ਕਿ ਫਿਰ ਉੱਥੇ ਜਾ ਕੇ ਉਹ ਜਿਹੜਾ ਉਹਦੇ ਵਿੱਚ ਪੋਲੀਨੇਸ਼ਨ ਹੁੰਦੀ ਆ, ਤੇ ਫਿਰ ਉਹਦੇ ਵਿੱਚ ਮੇਲ ਫੀਮੇਲ ਮਿਲਦੇ ਆ, ਫਿਰ ਸੀਡ ਬਣਦਾ ਤੇ ਉਹ ਫਰੂਟ ਬਣਦਾ ਆ। ਹੁਣ ਉੱਥੇ ਹਨੀ ਬੀਜ਼ ਦੀ ਕਮੀ ਆ ਰਹੀ, ਕਾਰਨ ਪਤਾ ਨਹੀਂ ਲੱਗ ਰਿਹਾ ਕਿ ਸ਼ਾਰਟੇਜ ਕਿਉਂ ਆ। ਬਹੁਤ ਸਾਰੇ ਲੋਕ ਜਿਹੜੇ ਮਾਹਰ ਆ ਇਸ ਕੰਮ ਦੇ, ਮਧੂ ਮੱਖੀਆਂ ਦੇ, ਉਹ ਦੱਸਦੇ ਆ ਕਿ ਇਸ ਵਾਰੀ ਇਸ ਸੀਜ਼ਨ ਦੇ ਵਿੱਚ ਬਹੁਤ ਵੱਡੀ ਸਮੱਸਿਆ ਆ। ਔਰ ਇੱਕ ਵਿਅਕਤੀ ਨੇ ਤਾਂ ਇੱਥੋਂ ਤੱਕ ਦੱਸਿਆ, ਉਹ ਕਹਿੰਦਾ ਮੈਂ 20 ਸਾਲ ਤੋਂ ਹੋ ਗਿਆ ਇਹ ਕੰਮ ਕਰਦੇ ਨੂੰ, 20 ਸਾਲਾਂ ਦੇ ਵਿੱਚ ਕਦੇ ਐਡੀ ਵੱਡੀ ਹਨੀ ਬੀਜ਼ ਦੀ ਸ਼ਾਰਟੇਜ ਨਹੀਂ ਆਈ, ਇਹਨਾਂ ਮਧੂ ਮੱਖੀਆਂ ਦੀ, ਸ਼ਹਿਦ ਦੀਆਂ ਮੱਖੀਆਂ ਦੀ ਕਮੀ ਨਹੀਂ ਆਈ ਕਿ ਪੋਲੀਨੇਸ਼ਨ ਕਰਨ ਦੇ ਵਿੱਚ ਪ੍ਰੋਬਲਮ ਹੋ ਜਾਵੇ। ਸੋ ਇਹ ਉਹ ਕਹਿੰਦੇ ਬਹੁਤ ਜ਼ਿਆਦਾ ਸਟ੍ਰੈਸਫੁਲ ਸਮਾਂ ਆ ਸਾਡੇ ਲਈ ਕਿ ਜੇ ਇਹ ਮੱਖੀਆਂ ਸਮੇਂ ਦੇ ਅਨੁਸਾਰ ਨਾ ਮਿਲੀਆਂ ਜਾਂ ਨਾ ਇੱਥੇ ਆਈਆਂ ਤਾਂ ਹੋ ਸਕਦਾ ਐਤਕੀ ਫਰੂਟ ਬਹੁਤ ਘੱਟ ਹੋਵੇ ਤੇ ਜਾਂ ਨਾ ਹੀ ਹੋਵੇ। ਇਸੇ ਤੱਕ ਵੀ ਖਦਸ਼ਾ ਜਿਹੜਾ ਪ੍ਰਗਟ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਲੋਕ ਨੇ ਜਿਹੜੇ ਕਮਰਸ਼ੀਅਲ ਬੀ ਕੀਪਿੰਗ ਕਰਦੇ ਆ, ਉਹ ਕਮਰਸ਼ੀਅਲ ਤੌਰ 'ਤੇ ਇਹਨਾਂ ਮੱਖੀਆਂ ਨੂੰ ਰੱਖਦੇ ਆ, ਉਹਦਾ ਬਿਜ਼ਨਸ ਰੱਖਦੇ ਆ। ਕਈ ਲੋਕ 20-20, 30-30 ਸਾਲ ਤੋਂ ਇੱਥੇ ਕਰ ਰਹੇ ਆ। ਉਹ ਕਹਿੰਦੇ ਵੀ ਅਸੀਂ ਮੈਨੀਟੋਬਾ ਤੱਕ ਜਾ ਆਏ ਆ ਇਹਨਾਂ ਨੂੰ ਲੱਭਣ ਦੇ ਲਈ ਕਿ ਸਾਨੂੰ ਜਿਹੜੇ ਛੱਤੇ ਆ ਉਹ ਚੰਗੇ ਐਨਫ ਛੱਤੇ ਜਿਹੜੇ ਆ ਉਹ ਮਿਲ ਜਾਣ ਜਿਨ੍ਹਾਂ ਦੀ ਕਿ ਓਕਨਾਗਨ ਦੇ ਵਿੱਚ ਡਿਮਾਂਡ ਆ। ਤੇ ਹੁਣ ਜੇ ਇਹ ਨਾ ਹੋਇਆ ਤਾਂ ਫਿਰ ਉਹਦੇ ਨਾਲ ਸੰਕਟ ਪੈਦਾ ਹੋ ਸਕਦਾ। ਜੇ ਇਹਨੂੰ ਗੱਲ ਨੂੰ ਕਈ ਵਾਰੀ ਪੋਲੀਨੇਸ਼ਨ ਦੇ ਕਈ ਤਰੀਕੇ ਆ, ਜ਼ਰੂਰੀ ਨਹੀਂ ਸਾਰੇ ਹਨੀ ਬੀਜ਼ ਦੇ ਨਾਲ ਜਾਂ ਸ਼ਹਿਦ ਦੀਆਂ ਮੱਖੀਆਂ ਦੇ ਨਾਲ ਇਹ ਬੀ ਬਣਦੇ ਆ। ਕਈ ਮਤਲਬ ਹਵਾ ਦੇ ਵਿੱਚ ਵੀ ਹੁੰਦੇ ਆ, ਇਹ ਹਵਾ 'ਚ ਵੀ ਮਤਲਬ ਕੁਦਰਤ ਦਾ ਹਿਸਾਬ ਕਿਤਾਬ ਇਸ ਤਰ੍ਹਾਂ ਦਾ, ਹਵਾ ਦੇ ਵਿੱਚ ਉੱਡ ਕੇ ਚਲੇ ਜਾਂਦੇ ਆ। ਜਿੱਦਾਂ ਆਪਾਂ ਤੁਹਾਨੂੰ ਯਾਦ ਹੋਊਗਾ ਪੰਜਾਬ ਦੇ ਵਿੱਚ ਆਪਾਂ ਛੱਲੀਆਂ ਬੀਜਦੇ ਹਾਂ, ਇੱਥੇ ਵੀ ਹੁੰਦੀਆਂ ਛੱਲੀਆਂ ਦੇ ਵਿੱਚ ਇੱਕ ਸਿਰੇ ਦੇ ਉੱਤੇ ਦੁੰਬ ਜਿਹਾ ਲੱਗਿਆ ਹੁੰਦਾ, ਦੁੰਬ ਦੇ ਵਿੱਚ ਬੂਰ ਹੁੰਦਾ ਤੇ ਥੱਲੇ ਛੱਲੀ ਲੱਗਦੀ ਆ। ਛੱਲੀ ਦੇ ਵਿੱਚ ਉਹ ਪਰਦੇ ਦੇ ਵਿੱਚ ਬਾਲ ਜੇ ਉਹਦੇ ਬਾਹਰ ਆਏ ਹੁੰਦੇ, ਉਹ ਜਿਹੜਾ ਦੁੰਬ ਦਾ ਬੂਰ ਆ ਜਦੋਂ ਝੜਦਾ ਆ, ਝੜ ਕੇ ਛੱਲੀ ਦੇ ਉਹਨਾਂ ਵਾਲਾਂ ਦੇ ਉੱਤੇ ਪੈਂਦਾ ਹੈ ਤਾਂ ਉਹਦੇ ਵਿੱਚ ਦੀ ਫਿਰ ਉਹ ਜਿਹੜੇ ਪੋਲਨਸ ਆ ਅੰਦਰ ਜਾਂਦੇ ਆ ਤੇ ਫਿਰ ਉਹ ਗੁੱਲ ਦੇ ਉੱਤੇ ਸੀਡਸ ਲੱਗਦੇ ਆ, ਦਾਣੇ ਬਣਦੇ ਆ। ਤੇ ਜੇ ਤੁਸੀਂ ਉਹਦਾ ਉੱਪਰਲਾ ਪਾਰਟ ਕੱਟੀ ਜਾਓ ਜਾਂ ਛੱਲੀ ਨੂੰ ਢੱਕ ਦਿਓ ਤੇ ਉਹਦੀ ਪੋਲੀਨੇਸ਼ਨ ਨਹੀਂ ਹੋਣੀ, ਉਹਦੇ ਵਿੱਚ ਬੀਜ ਨਹੀਂ ਬਣਨਾ। ਉਹ ਉਹਦਾ ਜਿਹੜਾ ਫੁੱਲ ਆ ਉੱਤੇ ਜਿਹੜਾ ਦੁੰਬ ਜਿਹਾ ਲੱਗਿਆ ਹੁੰਦਾ ਟਾਂਡੇ ਦੇ ਉੱਤੇ, ਸਿਖਰ ਦੇ ਉੱਤੇ, ਉਹ ਉਹਦਾ ਮੇਲ ਪਾਰਟ ਆ, ਛੱਲੀ ਜਿਹੜੀ ਆ ਉਹ ਫੀਮੇਲ ਪਾਰਟ ਆ। ਕਈ ਪਲਾਂਟਸ ਦੇ ਵਿੱਚ ਫਲਾਵਰ ਹੀ ਇੱਕ ਆ, ਫੁੱਲ ਇੱਕ ਹੁੰਦਾ ਪਰ ਉਹਦੇ ਭਾਗ ਵੱਖਰੇ ਵੱਖਰੇ ਹੁੰਦੇ ਆ, ਮੇਲ ਜਾਂ ਫੀਮੇਲ। ਉਹਦੇ ਵਿੱਚ ਫਿਰ ਇਹ ਸਮੱਸਿਆ ਆਉਂਦੀ। ਸੋ ਹਵਾ ਦੇ ਨਾਲ ਵੀ ਪੋਲੀਨੇਸ਼ਨ ਹੁੰਦੀ ਆ। ਜਿਹੜੇ ਵਿਗਿਆਨੀ ਕ੍ਰਾਸ ਪੋਲੀਨੇਸ਼ਨ ਕਰਦੇ ਆ ਕਿ ਇੱਕ ਦੇ ਜਿਹੜੇ ਪੋਲਨਸ ਨੇ ਉਹ ਦੂਜੀ ਵੈਰਾਈਟੀ ਦੇ ਉੱਤੇ ਲੈ ਜਾਂਦੇ ਤੇ ਫਿਰ ਉਹਨਾਂ ਨੂੰ ਕ੍ਰਾਸ ਉਹਦੀ ਪੋਲੀਨੇਸ਼ਨ ਕੀਤੀ ਜਾਂਦੀ ਹੈ। ਸੋ ਇਹਦੇ ਵਿੱਚ ਇਨਸੈਕਟਸ ਦਾ ਬਹੁਤ ਵੱਡਾ ਰੋਲ ਆ। ਸੋ ਇੱਕ ਬਹੁਤ ਦੇਖਣ ਵਾਲੀ ਗੱਲ ਇਹ ਵੀ ਆ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੀ ਕੁਦਰਤ ਨਾਲ ਕਿਤੇ ਨਾ ਕਿਤੇ ਛੇੜਛਾੜ ਹੋਈ ਆ, ਇਹ ਵੀ ਇੱਕ ਕਾਰਨ ਦੱਸਿਆ ਜਾ ਰਿਹਾ ਕਿ ਇਸ ਚੀਜ਼ ਦਾ, ਜਿਹੜੇ ਠੰਡ ਵਾਲੇ ਦਿਨ ਹੁੰਦੇ ਆ ਉਹਨਾਂ ਦੇ ਵਿੱਚ ਇਹ ਜਿਹੜਾ ਇਹਨਾਂ ਦਾ ਵਾਧਾ ਘਟਦਾ ਰਹਿੰਦਾ ਆ। ਪਰ ਜਦੋਂ ਕੁਦਰਤ ਦੇ ਨਾਲ ਛੇੜਛਾੜ ਹੁੰਦੀ ਆ, ਉਸ ਫੂਡ ਚੇਨ ਦੇ ਵਿੱਚੋਂ, ਪੂਰੀ ਭੋਜਨ ਲੜੀ ਦੇ ਵਿੱਚੋਂ ਇੱਕ ਚੀਜ਼ ਵੀ ਇੱਧਰ ਉੱਧਰ ਹੋ ਗਈ, ਹਨੀ ਬੀਜ਼ ਹੀ ਇੱਧਰ ਉੱਧਰ ਹੋ ਗਈਆਂ, ਤਾਂ ਉਹਦੇ ਨਾਲ ਹੀ ਸਾਰੇ ਦਾ ਸਾਰਾ ਸਟਰਕਚਰ ਵਿਗੜ ਜਾਂਦਾ। ਫਿਰ ਫਰੂਟ ਨਹੀਂ ਬਣਨਾ, ਫਿਰ ਫਲਾਵਰ ਦੇ ਉੱਤੇ ਪੋਲੀਨੇਸ਼ਨ ਨਹੀਂ ਹੋਣੀ ਜਾਂ ਘੱਟ ਹੋਣੀ ਆ। ਸੋ ਜਿੱਥੇ ਇਹਨਾਂ ਨੂੰ ਜਿਹੜੇ ਫਰੂਟ ਗਰੋ ਕਰਨ ਵਾਲੇ ਨੇ ਓਕਨਾਗਨ ਵੈਲੀ ਦੇ ਵਿੱਚ, ਉਹਨਾਂ ਨੂੰ ਚਿੰਤਾ ਹੁੰਦੀ ਹੈ ਕਿ ਸਾਨੂੰ ਇਸ ਵੇਲੇ ਲੇਬਰ ਨਹੀਂ ਮਿਲ ਰਹੀ, ਕਦੇ ਉਹਨਾਂ ਨੂੰ ਚਿੰਤਾ ਹੁੰਦੀ ਹੈ ਕਿ ਸਾਨੂੰ ਅੱਗੇ ਰੇਟ ਘੱਟ ਮਿਲ ਰਿਹਾ। ਐਤਕੀ ਉਹ ਇੰਡਸਟਰੀ ਇੱਕ ਵੱਖਰੀ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ, ਜਿਹਦੇ ਵਿੱਚ
कि हनी बीज की शहद ਦੀਆਂ ਮੱਖੀਆਂ ਦੀ ਕਮੀ ਪਾਈ ਜਾ ਰਹੀ ਹੈ, ਜਿਹਦੇ ਨਾਲ ਉਹਨਾਂ ਨੂੰ ਡਰ ਆ ਕਿਤੇ ਇਦਾਂ ਨਾ ਹੋਵੇ ਕਿ ਐਤਕੀ ਪੋਲੀਨੇਸ਼ਨ ਨਾ ਹੋਵੇ, ਉਹਨਾਂ ਦੀ ਜਿਹੜੀ ਆ ਕਮੀ ਆ ਜਾਵੇ ਤੇ ਫਰੂਟ ਨਾ ਬਣੇ ਜਾਂ ਬਹੁਤ ਘੱਟ ਬਣੇ। ਦੋਸਤੋ ਅਗਲੀ ਖਬਰ ਅਮਰੀਕਾ ਤੋਂ ਆ। ਅਮਰੀਕਾ ਦੇ ਵਿੱਚ ਗੋਲੀਬਾਰੀ ਦੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ। ਅੱਜ ਇੱਕ ਪਬਲਿਕ ਟਰਾਂਜ਼ਿਟ ਇੰਪਲੋਈ ਨੇ ਆਪਣੇ ਕੋ ਵਰਕਰਸ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਨਾਰਥ ਕੈਲੀਫੋਰਨੀਆ ਦੇ ਵਿੱਚ ਰੇਲ ਯਾਰਡ ਦੇ ਵਿੱਚ, ਜਿਹਦੇ ਵਿੱਚ ਕਿ 8 ਲੋਕਾਂ ਦੀ ਹੱਤਿਆ ਹੋਈ ਹੈ। ਉਹਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਹੈ। 9:30 ਵਜੇ ਸਵੇਰੇ ਇਹ ਘਟਨਾ ਵਾਪਰੀ ਹੈ ਪੈਸੀਫਿਕ ਟਾਈਮ ਦੇ ਅਕੋਰਡਿੰਗਲੀ ਡਾਊਨਟਾਊਨ ਸੈਨ ਹੋਜ਼ੇ ਦੇ ਵਿੱਚ, ਜਿਹਦੇ ਕਿ ਬਹੁਤ ਸਾਰੇ ਉੱਥੇ ਲੋਕ ਇਕੱਠੇ ਹੋਏ ਆ, ਉੱਥੇ ਪੁਲਿਸ ਇਕੱਠੀ ਹੋਈ ਆ, ਜਿਹਦੇ ਤੋਂ ਬਾਅਦ ਉੱਥੇ ਜਿਹੜਾ ਸ਼ੂਟਰ ਸੀਗਾ ਉਹਨੂੰ ਬਾਅਦ ਦੇ ਵਿੱਚ ਆਇਡੈਂਟੀਫਾਈ ਕਰ ਲਿਆ ਗਿਆ, ਉਹਦਾ ਨਾਂ ਰਿਲੀਜ਼ ਕਰ ਦਿੱਤਾ ਗਿਆ। ਉਹ ਦੱਸਿਆ ਜਾ ਰਿਹਾ ਕਿ ਉਹ ਮੁਲਾਜ਼ਮ ਆ ਉੱਥੇ ਦਾ ਸੈਂਟਾ ਕਲਾਰਾ ਵੈਲੀ ਟਰਾਂਸਪੋਰਟੇਸ਼ਨ ਅਥਾਰਟੀ ਦਾ, VTA ਦਾ, ਜਿਹਦੇ ਵਿੱਚ ਲਾਅ ਇਨਫੋਰਸਮੈਂਟ ਦੇ ਸੋਰਸਿਸ ਨੇ ਇਹ ਗੱਲ ਦੱਸੀ ਹੈ ਕਿ ਉਹਨੇ ਆਪਣੇ ਆਪ ਨੂੰ ਬਾਅਦ ਦੇ ਵਿੱਚ ਗੋਲੀ ਮਾਰ ਲਈ। ਕਿਉਂ ਕੀਤਾ, ਕੀ ਕਾਰਨ ਸੀ, ਇਹਦਾ ਪਤਾ ਨਹੀਂ। ਟੋਟਲ 8 ਲੋਕਾਂ ਦੀ ਜਿਹੜੇ ਆ ਉਹਨਾਂ ਦੀ ਉੱਥੇ ਮੌਤ ਹੋਈ ਆ। ਬਹੁਤ ਇੱਕ ਦਰਦਨਾਕ ਘਟਨਾ ਜਿਹੜੀ ਅੱਜ ਵਾਪਰੀ ਆ ਔਰ ਬੜਾ ਭਿਆਨਕ ਦਿਨ ਦੱਸਿਆ ਜਾ ਰਿਹਾ ਸੈਨ ਹੋਜ਼ੇ ਸ਼ਹਿਰ ਦੇ ਲਈ, ਜਿਹਦੇ ਵਿੱਚ ਕਿ ਇਸ ਇੰਪਲੋਈ ਨੇ ਨਾਲ ਦੇ ਆਪਣੇ ਇੰਪਲੋਈਜ਼ ਨੂੰ ਗੋਲੀ ਮਾਰਨ ਤੋਂ ਬਾਅਦ ਆਪਣੇ ਗੋਲੀ ਮਾਰ ਲਈ। ਅਮਰੀਕਾ ਦੇ ਵਿੱਚ ਗਨ ਰੱਖਣੀ ਬਹੁਤ ਸੌਖੀ ਆ, ਕਾਨੂੰਨ ਬਹੁਤ ਉੱਥੇ ਢਿੱਲੇ ਨੇ ਇਸ ਮਾਮਲੇ ਦੇ ਵਿੱਚ। ਹੁਣ ਇਹ ਵੀ ਗੱਲਬਾਤ ਚੱਲਦੀ ਰਹੀ ਹੈ ਪਿਛਲੇ ਸਮੇਂ ਦੇ ਵਿੱਚ ਵੀ ਕਿਸੇ ਨਾ ਕਿਸੇ ਤਰ੍ਹਾਂ ਇਹ ਕਾਨੂੰਨ ਸਖਤ ਕੀਤੇ ਜਾਣ। ਰਾਸ਼ਟਰਪਤੀ ਜੋ ਬਾਈਡਨ ਦੇ ਉੱਤੇ ਵੀ ਇਸ ਗੱਲ ਦਾ ਪ੍ਰੈਸ਼ਰ ਆ, ਪਰ ਫਿਰ ਵੀ ਦੁਨੀਆ ਦੇ ਵਿੱਚ ਅਮਰੀਕਾ ਦਾ ਮੋਹਰੀ ਦੇਸ਼ਾਂ ਦੇ ਵਿੱਚ ਨੰਬਰ ਆਉਂਦਾ ਜਿੱਥੇ ਹਥਿਆਰ ਰੱਖੇ ਜਾਂਦੇ ਆ। ਸੋ ਉੱਥੇ ਅੱਜ ਇੰਨੀ ਦਹਿਸ਼ਤ ਸੀ ਕਿ ਜਦੋਂ ਕਈ ਘੰਟੇ ਬਾਅਦ ਜਦੋਂ ਉਹ ਸ਼ੂਟਰ ਮਰ ਵੀ ਗਿਆ, ਉਹਨੇ ਆਪਣੇ ਆਪ ਨੂੰ ਵੀ ਮਾਰ ਲਿਆ, ਉਹਦੇ ਤੋਂ ਬਾਅਦ ਵੀ ਬੰਬ ਸਕੁਐਡ ਉੱਥੇ ਏਰੀਏ ਨੂੰ ਕਲੀਅਰ ਕਰਦੇ ਦੇਖੇ ਗਏ ਆ ਤੇ ਜਿਹੜੇ ਉਹਦੇ ਨਾਲ ਕਾਫੀ ਉੱਥੇ ਦਹਿਸ਼ਤ ਰਹੀ ਹੈ। ਪਿਛਲੇ ਸਮੇਂ ਦੇ ਵਿੱਚ ਪਿਛਲਾ ਸਾਲ ਜਿਹੜਾ 2020 ਸੀ, ਅਮਰੀਕਾ ਦੇ ਵਿੱਚ ਬੰਦੂਕਾਂ ਖਰੀਦਣ ਵਾਲਿਆਂ ਦੀ ਗਿਣਤੀ ਬਹੁਤ ਵਧੀ ਸੀ। ਜਦੋਂ ਪੈਂਡੈਮਿਕ ਸ਼ੁਰੂ ਹੋਈ ਹੈ, ਕੋਵਿਡ-19 ਦੇ ਕੇਸਿਸ ਸ਼ੁਰੂ ਹੋਏ ਆ, ਤਾਂ ਲੋਕ ਉੱਥੇ ਜਿੱਥੇ ਸੈਨੀਟਾਈਜ਼ਰ ਖਰੀਦਦੇ ਸੀ, ਟਾਇਲਟ ਪੇਪਰ ਲੱਭਦੇ ਫਿਰਦੇ ਸੀ, ਉੱਥੇ ਹਥਿਆਰ ਵੀ ਲੋਕਾਂ ਨੇ ਸਭ ਤੋਂ ਵੱਧ ਖਰੀਦੇ ਆ। ਵਾਲਮਾਰਟ ਨੇ ਆਪਣੇ ਸਟੋਰਸ ਦੇ ਉੱਤੋਂ ਹਥਿਆਰ ਚੱਕ ਦਿੱਤੇ ਸੀ। ਲਾਇਸੈਂਸ ਮਿਲਣਾ ਉੱਥੇ ਸੌਖਾ ਆ, ਗਨ ਖਰੀਦਣੀ ਬਹੁਤ ਸੌਖੀ ਆ। 1-2 ਭਰਾਵਾਂ ਨੇ ਆਤਮ ਹੱਤਿਆ ਕੀਤੀ ਸੀ, ਪਰਿਵਾਰ ਨੂੰ ਮਾਰਿਆ ਸੀ। ਉਹਨਾਂ ਨੇ ਵੀ ਆਪਣੀ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਲਿਖ ਕੇ ਦੱਸਿਆ ਸੀ ਕਿ ਅਸੀਂ ਜਿਹੜੀ ਇਹ ਕੰਮ ਕਰਨ ਦੇ ਲਈ ਗਨਜ਼ ਖਰੀਦ ਰਹੇ ਹਾਂ, ਇਹ ਸਾਨੂੰ ਬਹੁਤ ਸੌਖੀਆਂ ਮਿਲ ਗਈਆਂ। ਬਹੁਤ ਬਹੁਤ ਆਮ ਗੱਲ ਆ ਉੱਥੇ ਇਸ ਘਟਨਾ ਦਾ ਇਹਨਾਂ ਘਟਨਾਵਾਂ ਦਾ ਵਾਪਰਨਾ। ਔਰ ਜਿਹੜੀਆਂ 2019 ਦੇ ਵਿੱਚ 14,400 ਗਨ ਰਿਲੇਟਡ ਹੋਮਿਸਾਈਡ ਹੋਈਆਂ ਸੀ 2019 ਦੇ ਵਿੱਚ, ਔਰ ਇਹਦੇ ਵਿੱਚ 3/4 ਜਿਹੜੀਆਂ ਹੈਗੀਆਂ ਉਹ ਹੋਮਿਸਾਈਡ ਦੇ ਲਈ ਇਹ ਗਨਜ਼ ਲੈਂਦੇ। 100 ਕੁ ਬੰਦਾ ਉੱਥੇ ਰੋਜ਼ ਮਰ ਜਾਂਦਾ ਅਮਰੀਕਾ ਦੇ ਵਿੱਚ ਗੋਲੀਆਂ ਚੱਲਣ ਦੇ ਨਾਲ। ਔਰ ਇਹ ਅੰਕੜੇ ਜਿਹੜੇ ਉੱਥੇ ਜਿੰਨੇ ਲੋਕ ਗਨਜ਼ ਰੱਖਦੇ ਆ ਉਹ ਬਹੁਤ ਜ਼ਿਆਦਾ ਆ। ਜਿਹੜੇ ਕੈਨੇਡਾ, ਆਸਟ੍ਰੇਲੀਆ, ਇੰਗਲੈਂਡ, ਵੇਲਜ਼ ਸਾਰਿਆਂ ਤੋਂ ਜ਼ਿਆਦਾ ਇੱਥੇ ਇਹਦੇ ਅੰਕੜੇ ਹੈਗੇ ਆ। ਹੁਣ ਇੱਥੇ ਅਜੇ ਤੱਕ ਇਹ ਤਾਂ ਨਹੀਂ ਪਤਾ ਕਿ ਕਿੰਨੀਆਂ ਉਹਨਾਂ ਕੋਲੇ ਗਨਜ਼ ਹੈਗੀਆਂ, ਪਰ ਇੱਕ ਅੰਦਾਜ਼ਾ ਲਾਇਆ ਜਾ ਰਿਹਾ ਅਮਰੀਕਾ ਦੇ ਵਿੱਚ ਕਿ 390 ਮਿਲੀਅਨ ਗਨਜ਼ ਹੈਗੀਆਂ, ਜਾਣੀ ਕਿ ਜਿੰਨੀ ਉਹਨਾਂ ਦੀ ਪਾਪੂਲੇਸ਼ਨ ਆ ਉਹਦੇ ਤੋਂ ਵੀ ਜ਼ਿਆਦਾ ਉਹਨਾਂ ਕੋਲੇ ਗਨਜ਼ ਹੈਗੀਆਂ। ਇਹ ਬਹੁਤ ਵੱਡਾ ਇੱਕ ਅੰਕੜਾ ਹੈ। ਲੋਕਾਂ ਨੂੰ ਸ਼ੌਕ ਆ ਉੱਥੇ ਹਥਿਆਰ ਰੱਖਣ ਦਾ। ਫਿਰ ਉਹਦੇ ਤੋਂ ਬਾਅਦ ਇਹ ਵੀ ਗੱਲਬਾਤ ਚੱਲਦੀ ਆ ਕਿ ਜਿਹੜੇ ਕਾਨੂੰਨਨ ਹਥਿਆਰ ਨਹੀਂ ਆ, ਲੋਕ ਹਥਿਆਰਾਂ ਨੂੰ ਅਸੈਂਬਲ ਕਰਦੇ ਆ ਜਾਂ ਜਿਹੜੀਆਂ ਬੈਕਯਾਰਡ ਦੇ ਵਿੱਚ ਬਣਾਉਂਦੇ ਆ ਜਾਂ ਐਮਾਜ਼ੋਨ ਦੇ ਉੱਤੋਂ ਜਾਂ ਦੂਜੇ ਵੱਖਰੇ ਵੱਖਰੇ ਪਾਰਟ ਮੰਗਵਾ ਲੈਂਦੇ ਆ, ਉਹਨੂੰ ਫਿਰ ਬਾਅਦ ਦੇ ਵਿੱਚ ਇਕੱਠਿਆ ਕਰਕੇ ਗਨ ਬਣਾ ਲਈ ਜਾਂਦੀ ਹੈ। ਸੋ ਬਹੁਤ ਜਿਹੜੀ 3.96 ਮਤਲਬ 4 ਬੰਦਿਆਂ ਦੀ ਮੌਤ ਉੱਥੇ 1 ਲੱਖ ਦੇ ਪਿੱਛੇ 2019 ਦੇ ਵਿੱਚ ਹੋਈ ਸੀ। 2 ਸਾਲ ਪਹਿਲਾਂ ਦੇ ਇਹ ਅੰਕੜੇ ਆ, ਜਿਹੜੇ ਕਿ ਕੈਨੇਡਾ ਨਾਲੋਂ 8 ਗੁਣਾ ਜ਼ਿਆਦਾ ਆ। ਕੈਨੇਡਾ ਦੇ ਵਿੱਚ ਸਿਰਫ 1 ਤੋਂ ਘੱਟ ਇਹ ਨੰਬਰ ਹੈਗਾ ਲੱਖ ਦੇ ਪਿੱਛੇ ਗਨ ਵਾਇਲੈਂਸ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ। ਅਤੇ ਇਹ ਜੇ 8 ਗੁਣਾ ਜ਼ਿਆਦਾ ਆ ਅਤੇ ਯੂਨਾਈਟਿਡ ਕਿੰਗਡਮ ਨਾਲੋਂ 100 ਟਾਈਮਸ ਅਮਰੀਕਾ ਦੇ ਵਿੱਚ ਗਨਜ਼ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਆ। ਉੱਥੇ ਇਹ ਮੌਤਾਂ ਬਹੁਤ ਜ਼ਿਆਦਾ ਹੁੰਦੀਆਂ ਆ। ਸੋ ਆਮ ਨਹੀਂ ਆ ਜਿਹੜੀ ਡੇਲੀ ਉੱਥੇ ਮਰਨ ਵਾਲੇ ਦੀ ਗਿਣਤੀ ਉਹਦੇ ਵਿੱਚ ਵੀ ਬਹੁਤ ਵੱਡਾ ਵਾਧਾ ਹੁੰਦਾ ਆ। ਸੋ ਇਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ, ਮਤਲਬ 19,000 ਲੋਕ ਸ਼ੂਟਿੰਗਸ ਦੇ ਵਿੱਚ ਫਾਇਰ ਆਰਮ ਰਿਲੇਟਡ ਦੇ ਵਿੱਚ 2020 ਦੇ ਵਿੱਚ ਮਰੇ ਆ। 19,000 ਲੋਕ, 19,000 ਤੋਂ ਵੀ ਜ਼ਿਆਦਾ ਲੋਕ ਇਹਨਾਂ ਸ਼ੂਟਿੰਗਸ ਦੇ ਵਿੱਚ ਮਾਰੇ ਗਏ ਆ ਪਿਛਲੇ ਸਾਲ 2020 ਦੇ ਵਿੱਚ। ਹੁਣ ਦੇਖ ਲਓ ਵੀ ਰੋਜ਼ ਕਿੰਨੇ ਮਰਦੇ ਆ ਅਤੇ ਮਹੀਨੇ ਦੇ ਵਿੱਚ ਕਿੰਨੇ ਮਰਦੇ ਆ। ਇਹ ਪਿਛਲੇ 20 ਸਾਲਾਂ ਦਾ ਸਭ ਤੋਂ ਵੱਧ ਨੰਬਰ ਸੀ ਪਿਛਲੇ ਸਾਲ ਦਾ।
ਔਰ ਆਸ ਕੀਤੀ ਜਾਂਦੀ ਸੀ ਕਿ ਐਤਕੀ 2021 ਦੇ ਵਿੱਚ ਕੁਛ ਨਾ ਕੁਛ ਠੀਕ ਠਾਕ ਹੋ ਜਾਊਗਾ। ਪਰ ਜਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਤੇ ਅੱਜ ਜਿਹੜੀ ਤਾਜ਼ੀ ਘਟਨਾ ਸਨ ਹੋਜ਼ੇ ਦੇ ਵਿੱਚ ਵਾਪਰੀ ਆ ਵੀ 8 ਲੋਕਾਂ ਦੀ ਮੌਤ ਹੋ ਗਈ ਆ, ਇਹਨੇ ਇੱਕ ਵਾਰੀ ਫਿਰ ਲੋਕਾਂ ਨੂੰ ਡਰਾ ਕੇ ਰੱਖ ਦਿੱਤਾ ਔਰ ਫਿਰ ਇਹ ਸਵਾਲ ਉੱਠਣ ਲੱਗ ਪਿਆ ਕਿ ਗਨਸ ਦੇ ਉੱਤੇ ਕੋਈ ਕੰਟਰੋਲ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ। ਕੁਛ ਥਾਵਾਂ ਦੇ ਉੱਤੇ ਬਹੁਤ ਜ਼ਿਆਦਾ ਆ ਇਹ ਵਾਇਲੈਂਸ ਜਾਂ ਗਨ ਵਾਇਲੈਂਸ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ। ਜਿਹੜਾ ਅਮਰੀਕਾ ਦੇ ਵਿੱਚ ਡਿਸਟ੍ਰਿਕਟ ਆਫ ਕੋਲੰਬੀਆ ਆ, ਉੱਥੇ ਸਭ ਤੋਂ ਜ਼ਿਆਦਾ ਇਹ ਹੈਗੀ ਆ। ਫਿਰ ਬਾਕੀ ਸਟੇਟਾਂ ਦੇ ਵਿੱਚ ਦੂਜਾ ਜਿਹੜਾ ਲਿਊਸੀਆਨਾ ਆ, ਉੱਥੇ ਬਹੁਤ ਹੈ। ਦੂਜੇ ਨੰਬਰ ਦੇ ਉੱਤੇ ਜਾਰਜੀਆ ਦੇ ਵਿੱਚ, ਕੋਲੋਰਾਡੋ ਦੇ ਵਿੱਚ, ਇੱਥੇ ਬਹੁਤ ਸਾਰੀਆਂ ਸ਼ੂਟਿੰਗਸ ਹੁੰਦੀਆਂ ਆ। ਅਤੇ ਕੈਲੀਫੋਰਨੀਆ ਦੇ ਵਿੱਚ ਹਾਲਾਂਕਿ ਇੱਦਾਂ ਦੀ ਕੋਈ ਗੱਲਬਾਤ ਨਹੀਂ ਹੁੰਦੀ, ਪਰ ਉੱਥੇ ਇਸ ਘਟਨਾ ਦਾ ਵਾਪਰਨਾ ਆਪਣੇ ਆਪ ਦੇ ਵਿੱਚ ਬਹੁਤ ਚਿੰਤਾ ਵਾਲੀ ਗੱਲ ਆ। ਔਰ ਇਹਨੇ ਅੱਜ ਇੱਕ ਵਾਰੀ ਸਾਰੇ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ। ਇੰਨੀ ਵੱਡੀ ਗਿਣਤੀ ਦੇ ਵਿੱਚ ਇੱਕ ਵਿਅਕਤੀ ਦੁਆਰਾ ਆਪਣੇ ਦੂਜੇ ਵਰਕਰਸ ਨੂੰ ਮਾਰਿਆ ਜਾਣਾ। ਦੋਸਤੋ, ਅਗਲੀ ਖਬਰ ਵੈਕਸੀਨ ਨਾਲ ਸੰਬੰਧਿਤ ਆ, ਪਰ ਇਹਦਾ ਸੰਬੰਧ ਯੂਰਪੀਅਨ ਯੂਨੀਅਨ ਦੇ ਨਾਲ ਆ। ਯੂਰਪੀਅਨ ਯੂਨੀਅਨ ਨੇ ਐਸਟਰਾਜ਼ੈਨੇਕਾ ਕੰਪਨੀ ਨੂੰ ਉਹਦੇ ਉੱਤੇ ਕੇਸ ਕਰ ਦਿੱਤਾ ਕਿ ਤੁਸੀਂ ਜਿੰਨੀ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਸਾਨੂੰ ਦਿਓਗੇ ਵੈਕਸੀਨ, ਉਨੀ ਵੈਕਸੀਨ ਨਹੀਂ ਦਿੱਤੀ। ਔਰ ਜਿਹੜਾ ਕੰਟਰੈਕਟ ਆ ਉਹਦੇ ਵਿੱਚ 27 ਨੇਸ਼ਨ ਦਾ ਹੈ ਬਲੌਕ, ਇਹਨਾਂ ਜਿਨ੍ਹਾਂ ਨੂੰ ਦੇਣੀ ਸੀ ਇਹ ਸਪਲਾਈ ਕੋਵਿਡ-19 ਵੈਕਸੀਨ ਦੀ, ਉਹ ਨਹੀਂ ਦਿੱਤੀ ਗਈ। ਅਤੇ ਕੋਰਟ ਦੇ ਵਿੱਚ ਹੁਣ ਉਹਨਾਂ ਦੇ ਵਕੀਲ ਨੇ ਐਸਟਰਾਜ਼ੈਨੇਕਾ ਕੰਪਨੀ ਨੂੰ ਖਿੱਚ ਲਿਆ ਆ। ਉੱਥੇ ਇਹ ਐਂਗਲੋ ਸਵੀਡਿਸ਼ ਕੰਪਨੀ ਆ, ਜਿਹਦੇ ਵਿੱਚ ਅਪ੍ਰੈਲ ਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਉਹ ਤੁਹਾਨੂੰ ਸਿਰਫ 100 ਮਿਲੀਅਨ ਡੋਜ਼ ਦੇ ਸਕਦੇ ਆ ਵੈਕਸੀਨ ਦੀ ਐਂਡ ਆਫ ਜੂਨ ਤੱਕ। ਗੱਲਬਾਤ ਹੋਈ ਸੀ 300 ਮਿਲੀਅਨ ਦੀ। ਜੂਨ ਦੇ ਐਂਡ ਤੱਕ ਉਹਨਾਂ ਨੇ ਕਿਹਾ ਸੀ ਕਿ 300 ਮਿਲੀਅਨ ਡੋਜ਼ਸ ਤੁਹਾਨੂੰ ਦੇ ਦਾਂਗੇ। ਇਕਰਾਰਨਾਮਾ ਇਹ ਹੋਇਆ ਸੀ, ਪਰ ਉਹ ਕਹਿੰਦੇ ਵੀ ਤੁਹਾਨੂੰ ਅਸੀਂ 100 ਹੀ ਦੇ ਸਕਦੇ ਹਾਂ। ਜਿਸ ਕਰਕੇ ਹੁਣ ਯੂਰਪੀਅਨ ਯੂਨੀਅਨ ਨੇ ਉਹਨਾਂ ਨੂੰ ਕੋਰਟ ਦੇ ਵਿੱਚ ਲੈ ਆਂਦਾ ਆ ਅਤੇ ਗੱਲਬਾਤ ਕੀਤੀ ਹੈ ਕਿ ਤੁਸੀਂ ਸਾਨੂੰ ਹਰਜਾਨਾ ਦਿਓ। ਜੇ ਤੁਸੀਂ ਇਹ ਨਹੀਂ ਦੇ ਸਕਦੇ ਤਾਂ ਜਿੱਡਾ ਵੱਡਾ ਸਾਡਾ ਨੁਕਸਾਨ ਹੋਇਆ ਆ ਤਾਂ ਇਹਦਾ ਹਰਜਾਨਾ ਤੁਹਾਨੂੰ ਦੇਣਾ ਪੈਣਾ ਆ। ਇਹਦੀ ਹੀਅਰਿੰਗ ਜਿਹੜੀ ਆ ਉਹ ਜਲਦੀ ਹੈਗੀ ਆ, ਜੂਨ ਦੇ ਵਿੱਚ ਦੁਬਾਰਾ ਹੈਗੀ ਆ। ਅਤੇ ਇਹਦੇ ਵਿੱਚ ਉਹਨਾਂ ਨੇ ਹਰਜਾਨਾ ਜਿਹੜਾ ਮੰਗਿਆ ਉਹ ਬਹੁਤ ਜ਼ਿਆਦਾ ਮੰਗਿਆ, ਬਹੁਤ ਜ਼ਿਆਦਾ, ਕਿਉਂਕਿ ਜੇ ਸਾਨੂੰ 10 ਯੂਰੋ ਜਾਣੀ ਕਿ $12 ਇੱਕ ਦਿਨ ਦੇ ਚਾਹੀਦੇ ਆ ਇੱਕ ਡੋਜ਼ ਪਿੱਛੇ ਕੰਪਨਸੇਸ਼ਨ ਜਿਹੜੀ ਆ, ਅਤੇ ਜਿਹੜੀ ਕਿ ਬਹੁਤ ਜ਼ਿਆਦਾ ਲੱਗ ਰਹੀ ਆ। ਮਤਲਬ ਲਗਭਗ 200 ਮਿਲੀਅਨ ਯੂਰੋ ਜਾਣੀ ਕਿ $250 ਮਿਲੀਅਨ ਇੱਕ ਦਿਨ ਦਾ 1 ਜੁਲਾਈ ਤੋਂ ਬਾਅਦ ਜਿੰਨੇ ਦਿਨ ਲੇਟ ਹੋ ਗਏ। ਹੁਣ ਪਤਾ ਨਹੀਂ ਇਹਦਾ ਫੈਸਲਾ ਕਿੱਥੇ ਹੁੰਦਾ ਹੈ, ਕੌਣ ਇਹਦੇ ਵਿੱਚੋਂ ਜਿੱਤਦਾ, ਕੌਣ ਹਾਰਦਾ, ਪਰ ਉਹਨਾਂ ਨੇ ਵੈਕਸੀਨ ਕੰਪਨੀ ਦੇ ਉੱਤੇ ਬਿਲਕੁਲ ਸਪਸ਼ਟ ਤੌਰ ਦੇ ਉੱਤੇ ਕੇਸ ਕਰਕੇ ਉਹਨਾਂ ਨੂੰ ਕੋਰਟ ਦੇ ਵਿੱਚ ਲੈ ਆਂਦਾ ਕਿ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਹੈ 300 ਮਿਲੀਅਨ ਡੋਜ਼ਸ ਦੀ, ਅਤੇ ਦੇ ਰਹੇ ਹਾਂ ਸਾਨੂੰ 100, ਕਹਿ ਰਹੇ ਹਾਂ ਕਿ ਜੂਨ ਦੇ ਐਂਡ ਤੱਕ ਮਿਲ ਜਾਊਗੀ। ਉਹ ਕਹਿੰਦੇ ਸਾਨੂੰ 300 ਮਿਲੀਅਨ ਡੋਜ਼ ਚਾਹੀਦੀ ਆ। ਜੇ ਸਾਨੂੰ 300 ਮਿਲੀਅਨ ਡੋਜ਼ ਨਹੀਂ ਦਿੰਦੇ ਤਾਂ 200 ਮਿਲੀਅਨ ਤੋਂ ਜ਼ਿਆਦਾ ਇੱਕ ਦਿਨ ਦਾ ਤੁਹਾਨੂੰ ਦੇਣਾ ਪਊਗਾ 1 ਜੁਲਾਈ ਤੋਂ ਬਾਅਦ, ਜਿੰਨੇ ਦਿਨ ਤੁਸੀਂ ਲੇਟ ਹੋਈ ਜਾਂਦੇ। ਐਡੀਸ਼ਨਲ 10 ਮਿਲੀਅਨ ਉਹਨਾਂ ਨੇ ਹੋਰ ਮੰਗਿਆ ਜਿਹੜਾ ਬ੍ਰੀਚ ਆਫ ਕੰਟਰੈਕਟ ਦੇ ਲਈ, ਅਤੇ ਜੱਜ ਜਿਸ ਤਰੀਕੇ ਨਾਲ ਵੀ ਉਹਨੂੰ ਡਿਸਾਈਡ ਕਰੂਗਾ। 4 ਜੂਨ ਨੂੰ ਅਗਲੀ ਇਹਨਾਂ ਦੀ ਹੀਅਰਿੰਗ ਆ, ਜਿਹਦੇ ਵਿੱਚ ਇਹ ਪਤਾ ਲੱਗਣਾ ਕਿ ਕੀ ਜਿਹੜਾ ਇਹ ਬਣਦਾ ਆ। ਹੁਣ ਦੂਜੇ ਪਾਸੇ ਐਸਟਰਾਜ਼ੈਨੇਕਾ ਕੰਪਨੀ ਕੀ ਕਹਿ ਰਹੀ ਹੈ, ਉਹ ਕਹਿੰਦੇ ਸਾਡੇ ਕੰਟਰੈਕਟ ਦੇ ਵਿੱਚ ਹੈ ਹੀ ਨਹੀਂ ਸੀ ਇਹ। ਯੂਰਪੀਅਨ ਯੂਨੀਅਨ ਦਾ ਵਕੀਲ ਕਹਿ ਰਿਹਾ ਕਿ ਇਹ ਕੋਈ ਸ਼ੂਜ਼ ਜਾਂ ਟੀ ਸ਼ਰਟ ਦੀ ਡਿਲੀਵਰੀ ਨਹੀਂ ਹੈ ਵੀ ਜਿਹੜੀ ਲੇਟ ਹੋ ਗਈ ਉਹਦੇ ਲਈ ਅਸੀਂ ਕੰਪਨਸੇਸ਼ਨ ਮੰਗ ਰਹੇ ਹਾਂ। ਇਹ ਵੈਕਸੀਨ ਆ, ਲੋਕਾਂ ਦੀ ਜਾਨ 'ਤੇ ਬਣੀ ਆ, ਤੁਸੀਂ ਸਾਡੇ ਨਾਲ ਵਾਅਦਾ ਕਰ ਰਹੇ ਹੋ, ਐਡੀ ਵੱਡੀ ਤੁਸੀਂ ਤੁਹਾਡੀ ਕੰਪਨੀ ਹੈ, ਪਰ ਹੁਣ ਸਾਨੂੰ ਮਿਲ ਨਹੀਂ ਰਿਹਾ। ਅਤੇ ਜਿਹੜੀ ਦੂਜੇ ਪਾਸੇ ਉਹਨਾਂ ਦੇ ਵਕੀਲ ਕਹਿ ਰਹੇ ਆ ਕੰਪਨੀ ਦੇ ਐਸਟਰਾਜ਼ੈਨੇਕਾ ਦੇ ਕਿ ਸਾਡੀ ਇਸ ਤਰ੍ਹਾਂ ਦੀ ਕੋਈ ਗੱਲ ਹੀ ਨਹੀਂ ਸੀ, ਕਿ ਅਸਲ ਦੇ ਵਿੱਚ ਅਸੀਂ ਇਸ ਤਰ੍ਹਾਂ ਨਹੀਂ ਸੀ ਕਿਹਾ ਇਹਨਾਂ ਨੂੰ ਕਿ ਅਸੀਂ ਹਰ ਹਾਲਤ ਦੇ ਵਿੱਚ ਇਹ ਡਿਲੀਵਰ ਕਰ ਦਾਂਗੇ। ਉਹ ਕਹਿੰਦੇ ਅਸੀਂ ਤਾਂ ਸਿਰਫ ਕੋਸਟ ਦੇ ਉੱਤੇ ਇਹ ਵੇਚ ਰਹੇ ਹਾਂ, ਅਤੇ ਸਾਡੇ ਕੋਲ ਕੰਟਰੈਕਟ ਦੇ ਵਿੱਚ ਇੱਦਾਂ ਦੀ ਬਾਈਂਡਿੰਗ ਹੀ ਹੈ ਨਹੀਂ। ਸਗੋਂ ਅਸੀਂ ਇਹ ਕਿਹਾ ਸੀ ਕਿ ਜੋ ਸਾਡੇ ਕੋਲੋਂ ਸੰਭਵ ਹੋ ਸਕਿਆ ਡਿਲੀਵਰ ਕਰਨ ਦੇ ਵਿੱਚ, ਜਿਹੜਾ ਉਹਨਾਂ ਨੇ ਸ਼ਬਦ ਵਰਤਿਆ ਕਿ ਬੈਸਟ ਰੀਜ਼ਨੇਬਲ ਐਫਰਟਸ ਜਿਹੜੇ ਆ ਉਹ ਕਹਿੰਦੇ ਸੀ ਡਿਲੀਵਰ ਕਰਨ ਦੇ ਵਿੱਚ ਕਰਾਂਗੇ। ਅਤੇ ਇਸ ਕਰਕੇ ਉਹ ਕਹਿੰਦੇ ਸਾਡਾ ਇਹਦੇ ਵਿੱਚ ਕੁਛ ਨਹੀਂ, ਅਸੀਂ ਕੁਛ ਨਹੀਂ ਕਰ ਸਕਦੇ। ਪਰ ਯੂਰਪੀਅਨ ਯੂਨੀਅਨ ਕਹਿ ਰਹੀ ਕਿ ਇਹਨਾਂ ਨੇ ਸਾਡੇ ਕੰਟਰੈਕਟ ਦੀ ਰਿਸਪੈਕਟ ਨਹੀਂ ਕੀਤੀ, ਕਿ ਜਿੰਨੇ ਇਹਨਾਂ ਨੇ ਦੇਣੀਆਂ ਸੀਗੀਆਂ ਉਹ ਵੀ ਨਹੀਂ ਦਿੱਤੀਆਂ। ਕਿ 50 ਮਿਲੀਅਨ ਡੋਜ਼ਸ ਜਿਹੜੀਆਂ ਸੀਗੀਆਂ, ਜਿਹੜੀਆਂ ਫੈਕਟਰੀਜ਼ ਦੇ ਵਿੱਚ ਬਣੀਆਂ ਸੀ, ਉਹਨਾਂ ਦਾ ਕੰਟਰੈਕਟ ਸਾਡੇ ਨਾਲ ਹੋਇਆ ਸੀ ਕਿ ਤੁਸੀਂ ਸਪਲਾਈ ਕਰਨਾ ਯੂਰਪ ਯੂਨੀਅਨ ਨੂੰ। ਉਹਦੇ ਵਿੱਚ ਉਹ ਕਹਿੰਦੇ 39 ਮਿਲੀਅਨ ਮੈਨੂਫੈਕਚਰ ਹੋਈਆਂ ਸੀ ਬ੍ਰਿਟਨ ਦੇ ਵਿੱਚ, 39 ਮਿਲੀਅਨ, ਅਤੇ 10 ਮਿਲੀਅਨ ਅਮਰੀਕਾ ਦੇ ਵਿੱਚ ਮੈਨੂਫੈਕਚਰ ਹੋਈਆਂ, 1 ਮਿਲੀਅਨ ਨੀਦਰਲੈਂਡ ਦੇ ਵਿੱਚ ਬਣੀ ਹੈ। ਅਤੇ ਇਹਦੀ ਬਜਾਏ ਕਿ ਇਹ ਸਾਨੂੰ ਯੂਰਪੀਅਨ ਯੂਨੀਅਨ ਨੂੰ ਦਿੱਤੇ, ਜਿਨ੍ਹਾਂ ਦੇ ਨਾਲ ਇਹਨਾਂ ਦੀ ਗੱਲਬਾਤ ਹੋਈ ਸੀ, ਇਹਨਾਂ ਨੇ ਦੂਜੇ ਬਾਇਰ ਨੂੰ ਦੇ ਦਿੱਤਾ, ਦੂਜੇ ਕਲਾਇੰਟ ਨੂੰ ਦੇ ਦਿੱਤਾ, ਮਤਲਬ ਦੂਜੇ ਦੇਸ਼ਾਂ ਨੂੰ ਦੇ ਦਿੱਤਾ। ਅਤੇ ਕੰਪਨੀ ਕਹਿੰਦੀ ਹੈ ਕਿ ਜਿਹੜੀਆਂ ਡੋਜ਼ਸ ਅਸੀਂ ਬ੍ਰਿਟਨ ਦੇ ਵਿੱਚ ਪ੍ਰੋਡਿਊਸ ਕਰਦੇ ਹਾਂ ਉਹ ਤਾਂ ਰਿਜ਼ਰਵ ਆ ਸਾਡੀਆਂ, ਕਿਉਂਕਿ ਸਾਡਾ ਬ੍ਰਿਟਨ ਗਵਰਨਮੈਂਟ ਦੇ ਨਾਲ, ਯੂਨੀਵਰਸਿਟੀ ਆਫ ਆਕਸਫੋਰਡ ਦੇ ਨਾਲ ਕੰਟਰੈਕਟ ਸਾਈਨ ਹੋਇਆ ਕਿ ਜਿਹੜੀਆਂ ਅਸੀਂ ਇੱਥੇ ਬਣਾਵਾਂਗੇ ਉਹ ਤੁਹਾਡੇ ਲਈ ਆ।
ਤੇ ਅਸੀਂ ਤਾਂ ਇਹਦੇ ਵਿੱਚ ਕਰ ਹੀ ਨਹੀਂ ਸੀ ਸਕਦੇ। ਤੇ ਨਾ ਹੀ ਉਹ ਕਹਿੰਦੇ, ਜਿਹੜੇ ਐਸਟਰਾਜ਼ੈਨੇਕਾ ਦੇ ਵਕੀਲ ਨੇ ਇਹ ਗੱਲ ਕਹੀ ਹੈ ਕਿ ਨਾ ਹੀ ਬ੍ਰਿਟਿਸ਼ ਫੈਕਟਰੀ ਦੀ ਜਿਹੜੀ ਗੱਲ ਮੈਂਸ਼ਨ ਕੀਤੀ ਗਈ ਸੀ ਕੰਟਰੈਕਟ ਦੇ ਵਿੱਚ ਯੂਰਪੀਅਨ ਯੂਨੀਅਨ ਦੇ ਨਾਲ। ਸੋ ਇਹ ਬਹੁਤ ਵੱਡਾ ਇੱਕ ਚੱਕਰ ਇਹਨਾਂ ਦੋਵਾਂ ਦਾ ਆਪਸ ਦੇ ਵਿੱਚ ਪੈ ਗਿਆ ਆ। ਤੇ ਉਹ ਕਹਿ ਰਹੇ ਆ ਕਿ ਸਾਨੂੰ ਉਹਨਾਂ ਨੇ ਟਾਈਮ ਤੇ ਨਹੀਂ ਦਿੱਤੀ, ਤੇ ਉਹ ਕਹਿ ਰਹੇ ਆ ਕਿ ਅਸੀਂ ਇਹ ਗੱਲਬਾਤ ਹੀ ਨਹੀਂ ਸੀ ਕੀਤੀ ਕਿ ਅਸੀਂ ਕੋਈ ਬਾਈਂਡਿੰਗ ਇਹਨਾਂ ਦੇ ਨਾਲ ਸਾਡੀ ਇਸ ਤਰ੍ਹਾਂ ਦੀ ਹੈਗੀ ਆ। ਦੂਜੀ ਜਿਹੜੀ ਸਮੱਸਿਆ ਆ ਰਹੀ ਆ, ਯੂਰਪੀਅਨ ਯੂਨੀਅਨ ਇਹ ਕਹਿ ਰਿਹਾ ਕਿ ਸਾਨੂੰ ਇਹਨਾਂ ਨੇ ਜਿਹੜੀਆਂ ਡੋਜ਼ਸ ਦੇਣੀਆਂ ਸੀ ਉਹ ਨਹੀਂ ਮਿਲ ਸਕਦੀਆਂ ਸੀ, ਇਹ ਵੀ ਟਾਈਮ ਤੇ ਨਹੀਂ ਦੱਸਿਆ ਤੇ ਸਾਡੇ ਨਾਲ ਕਮਿਊਨੀਕੇਟ ਵੀ ਨਹੀਂ ਕੀਤਾ। ਜਿੰਨੀਆਂ ਸਾਨੂੰ ਡੋਜ਼ਸ ਚਾਹੀਦੀਆਂ ਸੀ ਉਹ ਜੇ ਟਾਈਮ ਨਾਲ ਸਾਨੂੰ ਦੱਸ ਦਿੰਦੇ ਅਸੀਂ ਸ਼ਾਇਦ ਹੋਰ ਇੰਤਜ਼ਾਮ ਕਰ ਲੈਂਦੇ, ਪਰ ਹੁਣ ਜਿਹੜੀ ਆ ਉਹ ਡਿਲੀਵਰੀ ਉਹ ਕਹਿੰਦੇ ਸਾਨੂੰ ਨਹੀਂ ਦਿੱਤੀ। ਇਸ ਕਰਕੇ ਅਸੀਂ ਇਹਦੇ ਤੋਂ ਪਿੱਛੇ ਨਹੀਂ ਹਟ ਰਹੇ, ਅਸੀਂ ਇਹਨਾਂ ਤੇ ਇਹਨਾਂ ਕੰਪਨਸੇਸ਼ਨ ਜਿਹੜੀ ਇਹਨਾਂ ਤੋਂ ਲੈ ਕੇ ਜਿਹੜੀ ਆ ਹਵਾਂਗੇ। ਜੇ ਕਹਿੰਦੇ ਟਾਈਮਲੀ ਸਾਡੇ ਨਾਲ ਗੱਲਬਾਤ ਕੀਤੀ ਹੁੰਦੀ, ਟਾਈਮਲੀ ਸਾਨੂੰ ਇਹ ਗੱਲ ਦੱਸਿਆ ਜਾਂਦਾ ਜਾਂ ਸਪਲਾਈ ਦੀ ਜਿਹੜੀ ਪ੍ਰੋਬਲਮ ਆ ਉਹਦੇ ਬਾਰੇ ਸਾਡੇ ਨਾਲ ਗੱਲਬਾਤ ਕੀਤੀ ਜਾਂਦੀ, ਤਾਂ ਸ਼ਾਇਦ ਅਸੀਂ ਇਹਦਾ ਕੋਈ ਹੋਰ ਹੱਲ ਕਰ ਲੈਂਦੇ। ਪਰ ਹੁਣ ਸਾਡੇ ਕੋਲ ਇਹਦਾ ਕੋਈ ਹੱਲ ਨਹੀਂ ਆ। ਇਸ ਕਰਕੇ ਸਾਨੂੰ ਜਿਹੜੀ ਕੰਪਨੀ ਕਹਿੰਦੀ ਆ ਕਿ ਅਸੀਂ ਯੂਰਪੀਅਨ ਯੂਨੀਅਨ ਨੂੰ ਦਸੰਬਰ ਦੇ ਵਿੱਚ ਪ੍ਰੋਡਕਸ਼ਨ ਦੇ ਸੰਬੰਧੀ ਵਾਰਨ ਕਰ ਦਿੱਤਾ ਸੀ, ਪਰ ਇਹਦੇ ਸੰਬੰਧੀ ਜਿਹੜੀ ਆ ਇਹ ਗੱਲਬਾਤ ਹੁਣ ਮੰਨਣ ਨੂੰ ਯੂਰਪੀਅਨ ਯੂਨੀਅਨ ਤਿਆਰ ਨਹੀਂ ਹੈ। ਸੋ ਜਿੱਦਾਂ ਜਿੱਦਾਂ ਦੁਨੀਆ ਦੇ ਵਿੱਚ ਵੈਕਸੀਨੇਸ਼ਨ ਵੱਧ ਰਹੀ ਹੈ, ਜਿੱਦਾਂ ਜਿੱਦਾਂ ਯੂਨੀਅਨ ਨੇ ਵੈਕਸੀਨੇਸ਼ਨ ਲਵਾਉਣੀ ਹੈ, ਉਸੇ ਤਰ੍ਹਾਂ ਹੁਣ ਆਪਸ ਦੇ ਵਿੱਚ ਇਹ ਰੌਲੇ ਗੋਲੇ ਕਿ ਪਹਿਲਾਂ ਕਿਹਨੇ ਲਵਾਉਣੀ ਹੈ ਤੇ ਪਹਿਲਾਂ ਕਿਹਨੂੰ ਜਾਣਾ ਚਾਹੀਦਾ, ਇਹ ਸਮੱਸਿਆਵਾਂ ਵੀ ਸਾਹਮਣੇ ਆ ਰਹੀਆਂ ਨੇ। ਪਰ ਇਹ ਪਹਿਲੀ ਵਾਰ ਹੋਇਆ ਕਿ ਏਡੀ ਵੱਡੀ ਕੰਪਨਸੇਸ਼ਨ ਜਾਂ ਕਿਸੇ ਵੈਕਸੀਨ ਕੰਪਨੀ ਦੇ ਉੱਤੇ ਕਿਸੇ ਦੇਸ਼ਾਂ ਨੇ ਰਲ ਕੇ ਕੇਸ ਕਰ ਦਿੱਤਾ ਹੋਵੇ ਕਿ ਤੁਸੀਂ ਸਾਨੂੰ 200 ਮਿਲੀਅਨ ਜਿਹੜਾ ਆ ਇੱਕ ਦਿਨ ਦਾ 200 ਮਿਲੀਅਨ ਯੂਰੋ ਇੱਕ ਦਿਨ ਦਾ 1 ਜੁਲਾਈ ਤੋਂ ਬਾਅਦ ਉਹਦੇ ਹਿਸਾਬ ਨਾਲ ਦਿਓ ਤੇ 10 ਮਿਲੀਅਨ ਸਾਨੂੰ ਅਲੱਗ ਦਿਓ। ਇਹ ਮਾਮਲਾ ਕਾਫੀ ਜਿਹੜਾ ਕੰਪਲੀਕੇਟਡ ਵੀ ਹੈ। ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ, ਦੇਸ਼ ਜਿਨ੍ਹਾਂ ਕੋਲੇ, ਔਰ ਇਹਦਾ ਸਭ ਤੋਂ ਵੱਡਾ ਅਸਰ ਇਹ ਹੈ ਕਿ ਜਿਵੇਂ ਕੈਨੇਡਾ ਆ, ਕੈਨੇਡਾ ਵਰਗੇ ਦੇਸ਼ ਨੇ ਜਿੰਨੀ ਡਾਊਨ ਪੇਮੈਂਟ ਦਿੱਤੀ ਸੀ, ਜਿੰਨੀ ਵੈਕਸੀਨ ਲੈਣੀ ਆ, ਜਿੰਨੀ ਇਹਨਾਂ ਨੂੰ ਚਾਹੀਦੀ ਹੈ, ਉਹਦੇ ਤੋਂ ਕਿੰਨੇ ਗੁਣਾ ਜ਼ਿਆਦਾ ਦੀ ਡਾਊਨ ਪੇਮੈਂਟ ਦੇ ਦਿੱਤੀ ਸੀ ਕਿ ਐਸਟਰਾਜ਼ੈਨੇਕਾ ਨੂੰ ਵੀ ਦੇ ਦਿੱਤੀ, ਫਾਈਜ਼ਰ ਨੂੰ ਵੀ ਦੇ ਦਿੱਤੀ, ਮੋਡਰਨਾ ਨੂੰ ਵੀ ਦੇ ਦਿੱਤੀ, ਬਾਕੀ ਕੰਪਨੀਆਂ ਨੂੰ ਵੀ ਦੇ ਦਿੱਤੀ ਕਿ ਜੇ ਇੱਕ ਕੰਪਨੀ ਸਾਨੂੰ ਸਮੇਂ ਤੇ ਵੈਕਸੀਨ ਨਹੀਂ ਦਿੰਦੀ ਤਾਂ ਦੂਜੀ ਕੰਪਨੀ ਦੀ ਸਾਡੇ ਕੋਲ ਬੈਕਅਪ ਹੋਊਗਾ। ਔਰ ਉਹੀ ਗੱਲ ਕੈਨੇਡਾ ਦੇ ਵਿੱਚ ਵੀ ਉਹੀ ਚੀਜ਼ਾਂ ਵਾਪਰੀਆਂ। ਜਿੱਥੇ ਕਿਤੇ ਸਮੱਸਿਆ ਆਈ ਆ ਤਾਂ ਦੂਜੇ ਪਾਸਿਓਂ ਆ ਕੇ ਵੈਕਸੀਨੇਸ਼ਨ ਇਹਨਾਂ ਦੀ ਇੱਕ ਸਟੇਜ ਇਹ ਆ ਗਈ ਸੀ ਕਿ ਪਰਸੈਂਟੇਜ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਵੈਕਸੀਨੇਸ਼ਨ ਦੇ ਵਿੱਚ ਕੈਨੇਡਾ ਅਮਰੀਕਾ ਨੂੰ ਕ੍ਰੋਸ ਕਰ ਗਿਆ। ਇੱਥੇ ਇਸ ਤਰ੍ਹਾਂ ਦੀ ਸਮੱਸਿਆ ਨਹੀਂ ਆਈ, ਪਰ ਅਜੇ ਕਿਉਂਕਿ ਇਹ ਪੂਰੀ ਦੁਨੀਆ ਨੂੰ ਵੈਕਸੀਨੇਸ਼ਨ ਲੱਗਣ ਦੇ ਵਿੱਚ, ਸਾਰਾ ਕੁਝ ਖੋਲ੍ਹਣ ਦੇ ਵਿੱਚ ਕੋਈ ਮਹੀਨੇ 2 ਮਹੀਨੇ ਦਾ ਨਹੀਂ, ਸ਼ਾਇਦ 2 ਸਾਲ ਲੱਗ ਜਾਣ ਜਦੋਂ ਤੱਕ ਪੂਰੀ ਦੁਨੀਆ ਨੂੰ ਵੈਕਸੀਨ ਲੱਗਣੀ ਹੈ ਤੇ ਉਹਦੇ ਤੋਂ ਬਾਅਦ ਹਰਡ ਇਮਿਊਨਿਟੀ ਬਣਨੀ ਹੈ। ਸੋ ਉਦੋਂ ਤੱਕ ਇੱਦਾਂ ਦੀਆਂ ਕਈ ਘਟਨਾਵਾਂ ਵਾਪਰਨੀਆਂ, ਕਈ ਆਪਸ 'ਚ ਰੌਲੇ ਗੋਲੇ ਪੈਣਗੇ, ਪਰ ਆਸ ਇਹ ਕੀਤੀ ਜਾ ਰਹੀ ਹੈ ਕਿ ਯੂਰਪੀਅਨ ਯੂਨੀਅਨ ਤੇ ਐਸਟਰਾਜ਼ੈਨੇਕਾ ਕੰਪਨੀ ਆਪਸ ਵਿੱਚ ਮਿਲ ਕੇ ਇਸ ਰੌਲੇ ਗੋਲੇ ਨੂੰ ਸੁਲਝਾ ਲੈਣਗੇ। ਦੋਸਤੋ, ਅਗਲੀ ਖਬਰ ਅਮਰੀਕਾ ਤੇ ਭਾਰਤ ਦੇ ਨਾਲ ਸੰਬੰਧਿਤ ਆ। ਬਹੁਤ ਸਾਰੇ ਲੋਕ ਭਾਰਤ ਤੋਂ ਅਮਰੀਕਾ ਦੇ ਵਿੱਚ ਆਏ ਆ, ਬਹੁਤ ਸਾਰੇ ਉੱਚੇ ਅਹੁਦਿਆਂ ਤੇ ਬੈਠੇ ਆ। ਵਾਈਸ ਪ੍ਰੈਜ਼ੀਡੈਂਟ ਕਮਾਲਾ ਹੈਰਿਸ ਦਾ ਸੰਬੰਧ ਪਿਛੋਕੜ ਜਾ ਕੇ ਭਾਰਤ ਦੇ ਨਾਲ ਜੁੜਦਾ। ਜੋ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਬਹੁਤ ਉੱਚੇ ਅਹੁਦਿਆਂ ਦੇ ਉੱਤੇ ਇੰਡੀਅਨ ਕੰਮ ਕਰ ਰਹੇ ਆ, ਔਰ ਉਸ ਲਿਸਟ ਦੇ ਵਿੱਚ ਇੱਕ ਨਵਾਂ ਨਾਂ ਜੁੜਨ ਜਾ ਰਿਹਾ, ਅਰੁਣ ਵੈਂਕਟਰਮਨ। ਅਰੁਣ ਵੈਂਕਟਰਮਨ ਅਮਰੀਕਾ ਦੇ ਵਿੱਚ ਡਿਪਾਰਟਮੈਂਟ ਆਫ ਕਾਮਰਸ ਦੇ ਵਿੱਚ ਡਾਇਰੈਕਟਰ ਜਨਰਲ ਦੇ ਬਹੁਤ ਹੀ ਮਹੱਤਵਪੂਰਨ ਅਹੁਦੇ ਦੇ ਲਈ ਉਹਨਾਂ ਨੂੰ ਨੋਮੀਨੇਟ ਕੀਤਾ ਗਿਆ। ਵਾਈਟ ਹਾਊਸ ਦੇ ਪਾਸਿਓਂ ਜਿਹੜਾ ਬਿਆਨ ਜਾਰੀ ਹੋਇਆ ਉਹਦੇ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਆ ਕਿ ਅਰੁਣ ਵੈਂਕਟਰਮਨ ਨੂੰ ਡਿਪਾਰਟਮੈਂਟ ਆਫ ਕਾਮਰਸ ਦੇ ਡਾਇਰੈਕਟਰ ਜਨਰਲ ਦੇ ਅਹੁਦੇ ਦੇ ਲਈ ਨੋਮੀਨੇਟ ਕੀਤਾ ਗਿਆ। ਵਾਈਟ ਹਾਊਸ ਦੇ ਵੱਲੋਂ ਇੱਕ ਬਿਆਨ ਜਾਰੀ ਹੋਇਆ ਜਿਹਦੇ ਵਿੱਚ ਇਸ ਗੱਲ ਨੂੰ ਉਹਨਾਂ ਨੇ ਦੱਸਿਆ, ਅਰੁਣ ਜਿਹੜੇ ਕਿ ਕਾਮਰਸ ਸੈਕਟਰ ਦੇ ਵਿੱਚ 20 ਸਾਲ ਦਾ ਤਜਰਬਾ ਰੱਖਦੇ ਆ, ਇੰਟਰਨੈਸ਼ਨਲ ਟ੍ਰੇਡ ਦੇ ਐਕਸਪਰਟ ਆ। ਇੱਕ ਬਹੁਤ ਵੱਡਾ ਸਾਰੇ ਭਾਰਤ ਵਾਸੀਆਂ ਦੇ ਲਈ ਮਾਣ ਵਾਲੀ ਗੱਲ ਆ ਕਿ ਐਡੇ ਅਹਿਮ ਅਹੁਦੇ ਦੇ ਉੱਤੇ ਜਿਹੜੇ 2 ਬਹੁਤ ਮਹੱਤਵਪੂਰਨ ਅਹੁਦਿਆਂ ਦੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਸੌਂਪੀਆਂ ਗਈਆਂ। ਅਮਰੀਕੀ ਸੰਸਦ ਉਹਨਾਂ ਦੇ ਨਾਂ ਦੇ ਉੱਤੇ ਆਖਰੀ ਮੋਹਰ ਲਾਊਗੀ, ਜਿੱਥੋਂ ਪਤਾ ਲੱਗੂਗਾ ਕਿ ਹਾਂਜੀ ਹੁਣ ਪੱਕੇ ਤੌਰ ਦੇ ਉੱਤੇ ਉਹ ਇਸ ਅਹੁਦੇ ਦੇ ਉੱਤੇ ਬੈਠ ਚੁੱਕੇ ਨੇ। ਉਹਨਾਂ ਨੂੰ ਜਿਹੜਾ ਆ ਫੋਰਨ ਕਮਰਸ਼ੀਅਲ ਸਰਵਿਸਿਜ਼ ਦੇ ਡਾਇਰੈਕਟਰ ਜਨਰਲ ਤੇ ਨਾਲ ਗਲੋਬਲ ਮਾਰਕੀਟਸ ਬੈਂਚ ਦੇ ਅਸਿਸਟੈਂਟ ਸੈਕਟਰੀ 2 ਅਹਿਮ ਅਹੁਦੇ ਉਹਨਾਂ ਨੂੰ ਦਿੱਤੇ ਜਾਣੇ ਆ। ਬਹੁਤ ਲੰਬੀ ਲਿਸਟ ਆ ਉੱਥੇ ਇੰਡੀਅਨਸ ਦੀ, ਪਰ ਇਸ ਜਿਹੜੇ ਦੋਵੇਂ ਅਹੁਦੇ ਜਿਹੜੇ ਉਹਨਾਂ ਨੂੰ ਡਿਪਾਰਟਮੈਂਟ ਦਿੱਤੇ ਜਾਣੇ, ਡਿਪਾਰਟਮੈਂਟ ਆਫ ਕਾਮਰਸ ਦੇ ਵਿੱਚ ਹੀ ਆਉਂਦੇ ਆ। ਇੱਥੇ ਉਹਨਾਂ ਦਾ ਨਾਂ ਆਉਣਾ, ਉਹ ਪਹਿਲਾਂ ਵੀ ਜਿਹੜੇ ਅਰੁਣ ਵੈਂਕਟਰਮਨ ਆ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਦੇ ਵਿੱਚ ਬਤੌਰ ਐਡਵਾਈਜ਼ਰ ਕੰਮ ਕਰ ਚੁੱਕੇ ਆ। ਉਹਨਾਂ ਕੋਲ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਤੇ ਅਮਰੀਕੀ ਸਰਕਾਰ ਦੇ ਇੰਟਰਨੈਸ਼ਨਲ ਟ੍ਰੇਡ ਦਾ ਬਹੁਤ ਵੱਡਾ ਐਕਸਪੀਰੀਅੰਸ ਆ, ਤਜਰਬਾ ਆ। ਹੁਣ ਵੀ ਉਹ ਇੱਕ ਬਹੁਤ ਮਹੱਤਵਪੂਰਨ ਅਹੁਦੇ ਦੇ ਉੱਤੇ ਆ, ਸੈਕਟਰੀ ਆਫ ਕਾਮਰਸ ਤੇ ਕਾਉਂਸਲਰ ਆ। ਉਹ ਡਿਪਾਰਟਮੈਂਟ ਆਫ ਇੰਟਰਨੈਸ਼ਨਲ ਟ੍ਰੇਡ ਦੇ ਵਿੱਚ ਵੀ ਐਡਵਾਈਜ਼ਰ ਆ, ਪਰ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਉਹਨਾਂ ਦਾ ਇੱਥੇ ਤੱਕ ਆਉਣਾ ਇੱਕ ਬਹੁਤ ਵੱਡੀ ਗੱਲ ਆ।
ਭਾਰਤ ਵਾਸੀਆਂ ਦੇ ਲਈ ਇਹ ਇੱਕ ਬਹੁਤ ਵੱਡੀ ਮਾਣ ਵਾਲੀ ਗੱਲ ਆ। ਇਹਦੇ ਤੋਂ ਪਹਿਲਾਂ ਓਬਾਮਾ ਦੇ ਦੌਰ ਵਿੱਚ ਵੀ ਉਹ ਕਈ ਸਰਕਾਰੀ ਅਹੁਦਿਆਂ ਦੇ ਉੱਤੇ ਰਹਿ ਚੁੱਕੇ ਆ। ਅਮਰੀਕੀ ਕੰਪਨੀਆਂ ਜਿਹੜੀਆਂ ਦੁਨੀਆ ਦੇ ਦੂਸਰੇ ਦੇਸ਼ਾਂ ਦੇ ਵਿੱਚ ਆਉਣ ਜਾਣ ਵਾਲੀਆਂ ਜਿਹੜੀਆਂ ਉਹਨਾਂ ਨੂੰ ਸਮੱਸਿਆਵਾਂ ਆ ਉਹਨਾਂ ਦੇ ਨਾਲ ਸੰਬੰਧਿਤ ਕੰਮ ਕਰਦੇ ਸੀ, ਔਰ ਇਹ ਜਿਨ੍ਹਾਂ ਦੇਸ਼ਾਂ ਦੇ ਨਾਲ ਉਹ ਡੀਲ ਕਰਦੇ ਰਹੇ ਆ ਕਿ ਜਿੱਥੇ ਅਮਰੀਕਾ ਦੀਆਂ ਕੰਪਨੀਆਂ ਨੂੰ ਸਮੱਸਿਆਵਾਂ ਆਉਂਦੀਆਂ ਉਹਦੇ ਵਿੱਚ ਇੰਡੀਆ ਅਤੇ ਚੀਨ ਵੀ ਸ਼ਾਮਲ ਆ। ਸੋ ਅਮਰੀਕਾ ਦੇ ਵਿੱਚ ਰਹਿਣ ਵਾਲੇ ਭਾਰਤ ਵਾਸੀਆਂ ਦੇ ਲਈ ਅਤੇ ਸਮੁੱਚੇ ਭਾਰਤ ਵਾਸੀਆਂ ਦੇ ਲਈ ਇੱਕ ਬਹੁਤ ਵੱਡੀ ਮਾਣ ਵਾਲੀ ਗੱਲ ਆ ਕਿ ਇੱਕ ਹੋਰ ਇੰਡੀਅਨ ਅਮਰੀਕਾ ਦੇ ਵਿੱਚ ਏਡੇ ਉੱਚੇ ਅਹੁਦੇ ਦੇ ਉੱਤੇ ਬਿਰਾਜਮਾਨ ਹੋ ਰਹੇ ਆ। ਵੈਕਸੀਨ ਸੰਬੰਧੀ ਇੱਕ ਹੋਰ ਖਬਰ, ਥੋੜ੍ਹੇ ਦਿਨ ਪਹਿਲਾਂ ਆਪਾਂ ਵੈਕਸੀਨੇਸ਼ਨ ਸੰਬੰਧੀ ਗੱਲਬਾਤ ਕੀਤੀ ਸੀ ਕਿ ਅਮਰੀਕਾ ਦੇ ਵਿੱਚ ਵੈਕਸੀਨ ਦਾ ਕੰਮ ਇੱਕ ਸਟੇਜ 'ਤੇ ਜਾ ਕੇ ਘਟਣ ਲੱਗ ਪਿਆ। ਜਿੰਨੀ ਤੇਜ਼ੀ ਦੇ ਨਾਲ ਉੱਪਰ ਨੂੰ ਗ੍ਰਾਫ ਗਿਆ ਸੀ, ਜਿੰਨੀ ਤੇਜ਼ੀ ਦੇ ਨਾਲ ਲੋਕਾਂ ਨੇ ਵੈਕਸੀਨ ਲਗਵਾਉਣੀ ਸ਼ੁਰੂ ਕੀਤੀ ਸੀ, ਉਹ ਰਫਤਾਰ ਬਰਕਰਾਰ ਨਹੀਂ ਰਹੀ, ਜਿਹਨੂੰ ਦੇਖ ਕੇ ਅਮਰੀਕਾ ਨੂੰ ਬਹੁਤ ਸਾਰੇ ਇਨਸੈਂਟਿਵ ਦੇਣੇ ਪਏ। ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਹਿਣੀਆਂ ਪਈਆਂ ਕਿ ਜੇ ਤੁਸੀਂ ਵੈਕਸੀਨ ਲਵਾਓਗੇ ਤੁਹਾਨੂੰ ਆਹ ਫਾਇਦਾ ਦੇਵਾਂਗੇ, ਤੁਹਾਨੂੰ ਆਹ ਫਾਇਦਾ ਦੇਵਾਂਗੇ। ਹੁਣ ਕੁਝ ਹੈਲਥ ਐਕਸਪਰਟ, ਕੁਝ ਨਹੀਂ ਅਸਲ 'ਚ ਇੱਕ ਹੈਲਥ ਐਕਸਪਰਟ ਹੀ ਕੈਨੇਡਾ ਦੇ ਵਿੱਚ ਓਟਵਾ ਦੇ ਵਿੱਚ ਉਹ ਕਹਿ ਰਹੇ ਆ ਕਿ ਸਾਨੂੰ ਵੀ US ਵਾਂਗੂ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਇਨਸੈਂਟਿਵ ਦੇਣੇ ਪੈਣ, ਲੋਕਾਂ ਨੂੰ ਕੁਛ ਚੀਜ਼ਾਂ ਦੇਣੀਆਂ ਪੈਣ, ਕੋਈ ਬੀਅਰ, ਕੋਈ ਹੋਰ ਗਿਫਟ ਕਾਰਡ, ਕੋਈ ਲਾਟਰੀ, ਕੋਈ ਸਕਾਲਰਸ਼ਿਪ, ਕੋਈ ਫਰਾਈਜ਼, ਕੋਈ ਬਰਗਰ, ਕੁਛ ਨਾ ਕੁਛ ਲੋਕਾਂ ਨੂੰ ਇਹ ਦੇਣਾ ਪਊਗਾ ਕਿ ਭਾਈ ਵੈਕਸੀਨ ਲਵਾ ਲਓ ਤਾਂ ਤੁਹਾਨੂੰ ਅਸੀਂ ਆਹ ਚੀਜ਼ ਦੇਵਾਂਗੇ ਜੇ ਕੈਨੇਡਾ ਨੇ ਜਲਦੀ 75% ਲੋਕਾਂ ਨੂੰ ਵੈਕਸੀਨੇਟ ਕਰਨਾ ਆ। ਤਾਂ ਅਮਰੀਕਾ ਦੇ ਵਿੱਚ ਸਾਰਾ ਕੁਛ ਹੋਇਆ ਆ, ਅਸੀਂ ਪਹਿਲਾਂ 50% ਤੋਂ ਅੱਗੇ ਜਾ ਚੁੱਕੇ ਹਾਂ। ਅਜੇ ਵੀ ਡਿਮਾਂਡ ਸਾਡੇ ਕੈਨੇਡਾ ਦੇ ਵਿੱਚ ਇਸੇ ਤਰ੍ਹਾਂ ਹੀ ਆ, ਪਰ ਯੂਨੀਵਰਸਿਟੀ ਆਫ ਓਟਵਾ ਦੇ ਵਿੱਚ ਇੱਕ ਐਪੀਡੈਮੋਲੋਜਿਸਟ ਆ ਜਿਹੜੇ ਇਹ ਬਿਮਾਰੀਆਂ ਦੇ ਫੈਲਣ ਦਾ ਅਧਿਐਨ ਕਰਦੇ ਆ, ਡਾਕਟਰ ਰਾਏਵਤ ਡੋਇਨਡਨ, ਉਹ ਇਸ ਗੱਲ ਦੇ ਹਾਮੀ ਆ। ਇਹ ਗੱਲ ਉਹ ਸਾਹਮਣੇ ਲੈ ਕੇ ਆ ਰਹੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਨੂੰ ਕੁਛ ਟੈਕਟਿਕਸ ਵਰਤਣੇ ਪੈਣਗੇ, ਕੁਛ ਤਰੀਕੇ ਵਰਤਣੇ ਪੈਣਗੇ, ਕੁਛ ਲੁਭਾਉਣੀਆਂ ਚੀਜ਼ਾਂ ਵਰਤਣੀਆਂ ਪੈਣਗੀਆਂ ਕੈਨੇਡਾ ਸਰਕਾਰ ਨੂੰ ਵੀ, ਕਿ ਅਸੀਂ ਇੱਕ ਉਸ ਪੁਆਇੰਟ ਦੇ ਉੱਤੇ ਚਲੇ ਜਾਵਾਂਗੇ ਜਿੱਥੇ ਸੈਚੂਰੇਸ਼ਨ ਆ ਜਾਊਗੀ, ਕਿ ਜਿੱਥੇ ਜਿੰਨੇ ਲੋਕਾਂ ਨੇ ਫਿਰ ਲਵਾਉਣੀ ਆ। ਅਸੀਂ ਪਹਿਲਾਂ ਵੀ ਇੱਕ ਦਿਨ ਇਹ ਗੱਲਬਾਤ ਕੀਤੀ ਸੀ ਕਿ ਜਿੰਨੇ ਲੋਕਾਂ ਨੇ ਵੈਕਸੀਨ ਲਵਾਉਣੀ ਆ, ਉਹ ਪਹਿਲਾਂ ਜਦੋਂ ਵੈਕਸੀਨ ਨਹੀਂ ਸੀ, ਤੁਹਾਨੂੰ ਯਾਦ ਹੋਊਗਾ ਕਿੰਨੇ ਲੋਕਾਂ ਨੇ ਲਾਈਨਾਂ 'ਚ ਲੱਗ ਕੇ ਲਵਾਈ। ਫਿਰ ਹੌਲੀ ਹੌਲੀ ਜਦੋਂ ਵੈਕਸੀਨ ਆਮ ਲੱਗਣ ਲੱਗ ਪਈ, ਲੋਕ ਥੋੜ੍ਹੀਆਂ ਰਸ਼ ਉੱਥੇ ਘਟ ਗਿਆ, ਭੀੜ ਘਟ ਗਈ, ਅਤੇ ਇਹ 75% 'ਤੇ ਪਹੁੰਚਣ ਤੋਂ ਪਹਿਲਾਂ ਇੱਕ ਸਟੇਜ ਇੱਦਾਂ ਦੀ ਆ ਜਾਣੀ ਕਿ ਲੋਕਾਂ ਨੇ ਵੈਕਸੀਨ ਲਵਾਉਣ ਸ਼ਾਇਦ ਨਾ ਆਉਣ। ਵੈਕਸੀਨ ਲਵਾਉਣ ਤੋਂ ਲੋਕ ਰਹਿੰਦੇ ਹੋਣਗੇ ਪਰ ਉਹ ਸ਼ਾਇਦ ਨਾ ਆਉਣ। ਅਤੇ ਜੇ ਉਹ ਸਮਾਂ ਸਾਡੇ ਕੈਨੇਡਾ ਦੇ ਵਿੱਚ ਆ ਗਿਆ, ਜਿਸ ਸਮੇਂ ਦਾ ਡਰ ਇਹ ਸਾਡੇ ਐਪੀਡੈਮੋਲੋਜਿਸਟ, ਇਹ ਵਿਗਿਆਨੀ ਯੂਨੀਵਰਸਿਟੀ ਆਫ ਓਟਵਾ ਦੇ ਖਦਸ਼ਾ ਜ਼ਾਹਰ ਕਰ ਰਹੇ ਆ, ਫਿਰ ਉਹ ਕਹਿੰਦੇ ਸਾਨੂੰ ਲੋਕਾਂ ਨੂੰ ਇਨਸੈਂਟਿਵ ਦੇਣੇ ਪੈਣਗੇ, ਫਿਰ ਕੁਛ ਨਾ ਕੁਛ ਲੋਕਾਂ ਨੂੰ ਖਿੱਚਣ ਦੇ ਲਈ ਕਰਨਾ ਪਊਗਾ ਤਾਂ ਲੋਕ ਆਉਣਗੇ। ਨਹੀਂ ਤਾਂ ਜਿਹੜੀ ਇਸ ਵੇਲੇ ਸਾਡੇ ਅੱਜ ਦੀ ਜਿਹੜੀ ਸਿਚੁਏਸ਼ਨ ਆ ਕੈਨੇਡਾ ਦੇ ਵਿੱਚ, ਉਹਦੇ ਵਿੱਚ ਡਿਮਾਂਡ ਜ਼ਿਆਦਾ ਹੈ ਸਪਲਾਈ ਨਾਲੋਂ, ਅਤੇ ਹੌਲੀ ਹੌਲੀ ਇਹ ਚੱਲੀ ਜਾਣੀ ਆ। ਅਤੇ ਜਿਹੜਾ ਇੱਕ ਗਰੁੱਪ ਰਹਿ ਜਾਣਾ ਆ, ਜਿਹੜੀ ਐਕਸਟਰੀਮ ਹੈਜ਼ੀਟੈਂਸੀ ਵਾਲਾ ਗਰੁੱਪ ਆ, ਜਿਹੜੇ ਲੋਕ ਵੈਕਸੀਨ ਲਵਾਉਣਾ ਹੀ ਨਹੀਂ ਚਾਹੁੰਦੇ, ਕਿਉਂਕਿ ਕਈ ਤਰ੍ਹਾਂ ਦੀਆਂ ਇਹਦੇ ਬਾਰੇ ਮਿਸਕਨਸੈਪਸ਼ਨਸ ਨੇ ਵੈਕਸੀਨ ਬਾਰੇ। ਕੱਲ੍ਹ ਓਨਟਾਰੀਓ ਦੇ ਵਿੱਚ ਇੱਕ ਮੌਤ ਹੋਈ ਆ, ਪਹਿਲੀ ਮੌਤ ਉਹਨਾਂ ਦੀ ਵੈਕਸੀਨ ਲਵਾਉਣ ਤੋਂ ਬਾਅਦ ਜਿਹੜੇ ਬਲੱਡ ਕਲੌਟ ਬਣਦੇ ਆ। ਕਈਆਂ ਨੂੰ ਹੋ ਰਿਹਾ, ਜਿਹੜੀਆਂ ਇੱਕ ਸਮੱਸਿਆ ਹੁੰਦੀ ਉਹਦੇ ਨਾਲ 10 ਜਿਹੜੀਆਂ ਗਲਤਫਹਿਮੀਆਂ ਜੁੜ ਜਾਂਦੀਆਂ, ਅਤੇ ਜਦੋਂ ਇੱਕ ਇੱਦਾਂ ਦੀ ਘਟਨਾ ਵਾਪਰਦੀਆਂ, ਉਹਦੇ ਨਾਲ ਜਿੰਨੀਆਂ ਗਲਤਫਹਿਮੀਆਂ ਵਾਲੇ ਲੋਕ ਹੁੰਦੇ ਆ ਉਹ ਜਸਟੀਫਾਈ ਕਰ ਲੈਂਦੇ ਆਪਣੇ ਆਪ ਨੂੰ ਕਿ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਇਹਦੇ ਨਾਲ ਆਹ ਹੁੰਦਾ, ਫਲਾਣੇ ਥਾਂ ਦੇ ਉੱਤੇ ਆਹ ਚੀਜ਼ ਹੋ ਗਈ ਆ। ਇਹ ਸਾਰਾ ਕੁਛ ਅਮਰੀਕਾ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਸੀਗਾ, ਇਸੇ ਤਰ੍ਹਾਂ ਹੀ ਫੈਲਿਆ ਉੱਥੇ। ਅਮਰੀਕਾ ਦੇ ਵਿੱਚ ਤਾਂ ਇੱਕ ਸਕੂਲ ਨੇ ਆਪਣੇ ਟੀਚਰਸ ਨੂੰ ਇਹ ਕਹਿ ਦਿੱਤਾ ਸੀ ਕਿ ਜੇ ਤੁਸੀਂ ਵੈਕਸੀਨ ਨਹੀਂ ਲਵਾਈ ਤਾਂ, ਜੇ ਤੁਸੀਂ ਵੈਕਸੀਨ ਲਵਾਈ ਹੈ ਤਾਂ ਸਾਨੂੰ ਦੱਸੋ, ਕਿਉਂਕਿ ਸਾਡੇ ਹਿਸਾਬ ਨਾਲ ਵੈਕਸੀਨ ਲਵਾਉਣ ਦੇ ਨਾਲ ਨੁਕਸਾਨ ਹੁੰਦਾ, ਅਤੇ ਜੇ ਤੁਸੀਂ ਵੈਕਸੀਨ ਲਵਾਈ ਹੈ ਸਕੂਲ 'ਚ ਨਾ ਆਇਓ, ਸਾਡੇ ਨਿਆਣਿਆਂ ਤੋਂ ਪਰੇ ਰਹੋ, ਅਤੇ ਸਾਨੂੰ ਦੱਸ ਦਿਓ ਤਾਂ ਕਿ ਅਸੀਂ ਵਿਚਾਰ ਰੱਖ ਸਕੀਏ, ਕਿਉਂਕਿ ਜੇ ਤੁਸੀਂ ਵੈਕਸੀਨ ਲਵਾਈ ਹੈ ਤਾਂ ਬਿਮਾਰੀ ਤੁਹਾਡੇ ਅੰਦਰ ਕੋਈ ਫੈਲ ਜਾਣੀ ਹੈ, ਅਤੇ ਉਹ ਬਿਮਾਰੀ ਉਲਟਾ ਫਿਰ ਬਾਕੀਆਂ ਨੂੰ ਫੈਲੂਗੀ। ਇਹ ਵੀ ਇੱਕ ਗਰੁੱਪ ਹੈਗਾ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਵੀ ਚੱਲੀਆਂ, ਪਰ ਇੱਥੇ ਕੈਨੇਡਾ ਦੇ ਵਿੱਚ ਭਾਵੇਂ ਇੱਦਾਂ ਦੀ ਗੱਲ ਕੋਈ ਨਹੀਂ ਆ, ਕੋਈ ਇੱਦਾਂ ਦਾ ਵਿਰੋਧ ਨਹੀਂ ਆ, ਪਰ ਫਿਰ ਵੀ ਇੱਕ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਕਿ ਇੱਕ ਸਟੇਜ ਆ ਜਾਊਗੀ ਜਿੱਥੇ ਸਾਨੂੰ ਵੀ ਦੂਜੀਆਂ ਬਾਰਡਰ ਸਟੇਟ ਵਾਂਗੂ $1 ਮਿਲੀਅਨ ਦੀ ਲੋਟਰੀ ਕੱਢਣੀ ਪੈ ਸਕਦੀ ਹੈ, ਜਾਂ ਸਾਨੂੰ ਫ੍ਰੀ ਬੀਅਰ ਦੇਣੀ ਪੈ ਸਕਦੀ ਹੈ, ਜਾਂ ਕਿਸੇ ਸਪੋਰਟਸ ਈਵੈਂਟ ਦੇ ਲਈ, ਕਿਸੇ ਸਿਨੇਮੇ ਦੇ ਲਈ ਟਿਕਟਾਂ ਦੇਣੀਆਂ ਪੈ ਸਕਦੀਆਂ, ਜਾਂ ਉਹਨੇ ਵਿਗਿਆਨੀ ਨੇ ਕਿਹਾ ਕਿ ਸਾਨੂੰ ਫ੍ਰੀ ਟ੍ਰਾਂਜ਼ਿਟ ਪਾਸ ਦੇਣੇ ਪੈ ਸਕਦੇ ਆ, ਬੱਸ ਟ੍ਰੇਨ 'ਚ ਜਾਣਾ ਕਿਸੇ ਨੇ ਉਹ ਦੇ ਦੇਣ। ਪਰ ਉਹ ਕਹਿੰਦੇ ਇਹ ਅਜੇ ਜਿਹੜੇ ਹੈਗੇ ਆ ਵੀ ਐਥੀਕਲੀ ਵੀ ਇਹਦੇ ਉੱਤੇ ਸਵਾਲ ਪੈਦਾ ਹੁੰਦਾ ਕਿ ਕਿਸੇ ਤਰ੍ਹਾਂ ਅਸੀਂ ਲੋਕਾਂ ਨੂੰ ਫੋਰਸ ਕਰ ਰਹੇ ਹਾਂ ਜਾਂ ਉਹਨਾਂ ਨੂੰ ਉਹ ਕੰਮ ਕਰਨ ਲਈ ਕਹਿ ਰਹੇ ਹਾਂ ਜਿਹੜਾ ਅਸਲ ਦੇ ਵਿੱਚ ਉਹ ਨਹੀਂ ਕਰਦੇ, ਲਾਲਚ ਦੇ ਕੇ। ਵੀ ਇਹ ਵੈਸੇ ਵੀ ਜਿਹੜੀ ਗੱਲਬਾਤ ਹੈਗੀ ਆ, ਅਤੇ ਜੇ ਸਿੱਧਾ ਇਹ ਕੈਸ਼ ਇਨਸੈਂਟਿਵ ਹੀ ਦੇਣ ਲੱਗ ਪਏ, ਉਹ ਪੈਸੇ ਦੇਣ ਲੱਗ ਪਏ ਲੋਕਾਂ ਨੂੰ, ਜਿਸ ਤਰ੍ਹਾਂ ਸਿੱਧੇ ਰੂਪ ਦੇ ਵਿੱਚ ਅਮਰੀਕਾ ਦੇ ਵਿੱਚ ਕੁਛ ਥਾਵਾਂ ਦੇ ਉੱਤੇ
ਹੋਇਆ ਕਿ ਤੁਹਾਨੂੰ ਟਿਕਟ, ਫਰਾਈਜ਼, 버ਗਰ ਜਾਂ ਕੁਛ ਇੱਦਾਂ ਦੀਆਂ ਚੀਜ਼ਾਂ ਦੇਣ ਲੱਗ ਪਏ ਤਾਂ ਤੁਸੀਂ ਇੱਕ ਤਰੀਕੇ ਨਾਲ ਦੂਜੇ ਨੂੰ ਖਰੀਦ ਰਹੇ ਆ ਉਹਦੀ ਇੱਛਾ ਦੇ ਮੁਤਾਬਕ। ਜਿਹੜਾ ਉਹ ਕੰਮ ਨਹੀਂ ਕਰਨਾ ਚਾਹੁੰਦਾ, ਉਹ ਇੱਕ ਇਹ ਵੀ ਗੱਲ ਕਹੀ ਆ ਕਿ ਅਸੀਂ ਉਹਨਾਂ ਲੋਕਾਂ ਦੇ ਦਿਲ ਤੇ ਦਿਮਾਗ ਜਿੱਤ ਨਹੀਂ ਸਕੇ, ਉਹਨਾਂ ਨੂੰ ਐਕਸੈਪਟੈਂਸ ਨਹੀਂ ਦੇ ਸਕੇ ਵੈਕਸੀਨੇਸ਼ਨ ਦੇ ਤਰੀਕੇ ਦੀ, ਤਾਂ ਹੀ ਵੈਕਸੀਨ ਹੈਜ਼ੀਟੈਂਸੀ ਹੋਈ ਆ ਕਿ ਅਸੀਂ ਇੱਕ ਲੈਵਲ ਦੇ ਉੱਤੇ ਜਾ ਕੇ ਫੇਲ ਹੋ ਗਏ ਹਾਂ। ਲੋਕਾਂ ਨੂੰ ਇਸ ਗੱਲ ਦੇ ਲਈ ਉਹਨਾਂ ਨੂੰ ਸੰਤੁਸ਼ਟੀ ਕਰਾਉਣ ਦੇ ਲਈ ਉਹਨਾਂ ਦੀ ਕਿ ਵੈਕਸੀਨ ਚੰਗੀ ਚੀਜ਼ ਆ ਤੇ ਲਵਾਉਣੀ ਚਾਹੀਦੀ ਆ। ਵੈਕਸੀਨ ਲਵਾਉਣ ਤੋਂ ਬਾਅਦ ਵੀ ਲੋਕਾਂ ਨੂੰ ਕੋਵਿਡ ਹੋਇਆ, ਵੈਕਸੀਨ ਲਵਾਉਣ ਤੋਂ ਬਾਅਦ ਵੀ ਲੋਕਾਂ ਦੀਆਂ ਮੌਤਾਂ ਹੋਈਆਂ, ਪਰ ਇੱਕ ਪਾਸੇ ਜਦੋਂ ਕੋਵਿਡ ਦੀਆਂ ਮੌਤਾਂ ਦੇਖਦੇ ਹਾਂ ਤੇ ਉਹ ਮੌਤਾਂ ਦੇਖਦੇ ਹਾਂ ਫਰਕ ਬਹੁਤ ਆ, ਰਿਸਕ ਬਹੁਤ 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 ਜ਼ਿਆਦਾ ਘੱਟ ਆ, ਪਰ ਦੂਜੇ ਪਾਸੇ ਕੋਵਿਡ ਨਾਲ ਜੋ ਕੁਛ ਹੋ ਰਿਹਾ ਉਹਦੇ ਵਿੱਚ ਰਿਸਕ ਬਹੁਤ ਜ਼ਿਆਦਾ ਆ। ਸੋ ਅੱਜ ਜਿਹੜੀ ਗੱਲਬਾਤ ਕੁਛ ਸਮਾਂ ਪਹਿਲਾਂ ਅਮਰੀਕਾ ਦੇ ਵਿੱਚ ਹੋ ਕੇ ਹਟੀ ਹੈ, ਉਹੀ ਗੱਲਬਾਤ ਇੱਥੇ ਕੈਨੇਡਾ ਦੇ ਵਿੱਚ ਚੱਲ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਛ ਇੱਦਾਂ ਦੀਆਂ ਲਾਟਰੀ ਟਾਈਪ ਜਿਹੜਾ ਇਨਸੈਂਟਿਵ ਆ ਉਹ ਲੋਕਾਂ ਨੂੰ ਦੇਣਾ ਪੈ ਸਕਦਾ, ਜਿਹਦੇ ਵਿੱਚ ਤਾਂ ਲੋਕ ਲਾਲਚ ਦੇ ਵਿੱਚ ਆ ਕੇ ਜਾਂ ਉਸ ਇਨਸੈਂਟਿਵ ਦੇ ਲਈ ਵੈਕਸੀਨ ਲਵਾਉਣਗੇ। ਕਿਉਂਕਿ ਜਿੰਨਾ ਚਿਰ, ਜਿੱਦਾਂ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਨੇ ਕਿਹਾ ਆ ਕਿ ਜਿੰਨਾ ਚਿਰ 75% ਨੂੰ ਵੈਕਸੀਨ ਨਹੀਂ ਲੱਗਦੀ ਉਨਾ ਚਿਰ ਕੈਨੇਡਾ ਖੁੱਲ੍ਹਣਾ ਨਹੀਂ, ਉਨਾ ਚਿਰ ਰੈਸਟ੍ਰਿਕਸ਼ਨਸ ਰਹਿਣੀਆਂ ਆ। ਸੋ ਇਹ ਇੱਕ ਖਾਸ ਗੱਲਬਾਤ ਆ। ਸੋ ਦੇਖੋ, ਅਜੇ ਸਾਡੇ ਵੈਕਸੀਨੇਸ਼ਨ ਦਾ ਕੰਮ ਕਾਫੀ ਤੇਜ਼ੀ ਦੇ ਨਾਲ ਚੱਲ ਰਿਹਾ ਆ। ਇੱਕ ਉਹ ਸਟੇਜ ਦੇ ਉੱਤੇ ਜਦੋਂ ਇਹ ਪਹੁੰਚਦੇ ਆ ਉਹਦੇ ਤੋਂ ਬਾਅਦ ਦੇਖਣ ਵਾਲੀ ਗੱਲ ਹੋਊਗੀ, ਪਰ ਅਜੇ ਸਾਰਾ ਕੁਝ ਠੀਕ ਠਾਕ ਚੱਲ ਰਿਹਾ। ਹੋ ਸਕਦਾ ਅਮਰੀਕਾ ਵਰਗੀ ਸਮੱਸਿਆ ਇੱਥੇ ਨਾ ਆਵੇ। ਦੂਜੀ ਗੱਲ, ਜਿਹੜੇ ਐਂਟੀ ਵੈਕਸੀਨ ਵਾਲੇ ਨੇ ਇਹ ਕੋਈ ਕੋਵਿਡ ਦੀ ਵੈਕਸੀਨ ਨੂੰ ਲੈ ਕੇ ਨਹੀਂ ਪਹਿਲੀ ਵਾਰੀ ਸਾਹਮਣੇ ਆਏ ਕਿ ਇਹ ਕੋਵਿਡ ਦੀ ਵੈਕਸੀਨ ਕਰਕੇ ਵਿਰੋਧ ਕਰ ਰਹੇ ਆ। ਇਹ ਜਿਹੜਾ ਸਦੀਆਂ ਤੋਂ, ਜਦੋਂ ਦਾ ਵੈਕਸੀਨ ਪਹਿਲੇ ਸੈਂਕੜੇ ਸਾਲ ਪਹਿਲਾਂ ਤੋਂ ਜਦੋਂ ਵੈਕਸੀਨ ਪਹਿਲੀ ਵਾਰੀ ਬਣੀ ਸੀ, ਉਸ ਵੇਲੇ ਪਹਿਲੀ ਵੈਕਸੀਨ ਤੋਂ ਲੈ ਕੇ ਹੁਣ ਤੱਕ ਲੋਕਾਂ ਨੇ ਵਿਰੋਧ ਕੀਤਾ। ਇੰਗਲੈਂਡ ਦੇ ਵਿੱਚ ਹੋਰ ਥਾਵਾਂ ਦੇ ਉੱਤੇ ਬਹੁਤ ਵੱਡੇ ਵੱਡੇ ਪ੍ਰਦਰਸ਼ਨ ਹੋਏ ਆ, ਜਿਹਦੇ ਕਰਕੇ ਕਿ ਵੈਕਸੀਨ ਇਹ ਨਹੀਂ ਲਵਾਉਣੀ ਚਾਹੀਦੀ, ਇਹ ਚੰਗੀ ਚੀਜ਼ ਨਹੀਂ ਹੈ। ਉਹਨਾਂ ਦੇ ਵੱਖਰੇ ਵੱਖਰੇ ਆਪਣੇ ਰੀਜ਼ਨ ਆ, ਉਹਨਾਂ ਦੇ ਵੱਖਰੇ ਵੱਖਰੇ ਇਹਦੇ ਬਾਰੇ ਲੌਜਿਕ ਆ। ਪਰ ਕੈਨੇਡਾ ਦੇ ਵਿੱਚ ਸਾਰੇ ਵਿਗਿਆਨੀ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੈ, ਪਰ ਇੱਕ ਯੂਨੀਵਰਸਿਟੀ ਆਫ ਓਟਵਾ ਤੋਂ ਐਪੀਡੈਮੋਲੋਜਿਸਟ ਇਹ ਗੱਲ ਕਹਿ ਰਹੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕੈਨੇਡਾ ਨੂੰ ਲੋਕਾਂ ਨੂੰ ਕੋਈ ਨਾ ਕੋਈ ਵੈਕਸੀਨ ਲਵਾਉਣ ਦੇ ਲਈ ਲਾਲਚ ਦੇਣਾ ਪਵੇ। ਦੋਸਤੋ, ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਫਿਰ ਹਾਜ਼ਰ ਹੋਵਾਂਗੇ ਕੁਝ ਹੋਰ ਖਬਰਾਂ ਦੇ ਨਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।